ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਕਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਬੇਅੰਤ ਕੋ ਵਿਰਲਾ ਜਾਣ, ਗੁਰ ਪ੍ਰਸਾਦ ਕੋ ਸ਼ਬਦ ਪਛਾਣ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ। ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ, ਧੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ, ਜਪ ਸਾਹਿਬ ਜਿਸ ਨੂੰ ਅਸੀਂ ਜਪਜੀ ਸਾਹਿਬ ਦਾ ਨਾਮ ਦਿੰਦੇ ਹਾਂ, ਇਸ ਬਾਣੀ ਦੀਆਂ 27 ਪੌੜੀਆਂ ਦੇ ਵਿਚਾਰ ਪਿਛਲੇ ਸਮੇਂ ਦੌਰਾਨ ਹੋ ਚੁੱਕੀ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੋ ਬਚਨ ਫਰਮਾ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ। ਆਮ ਤੌਰ 'ਤੇ ਜਨਮ ਸਾਖੀ ਜਾਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਮੁਤਾਬਕ ਸਾਰਾ ਜਪਜੀ ਸਾਹਿਬ ਸਿੱਧਾਂ ਨਾਲ ਵਿਚਾਰ ਗੋਸ਼ਟੀ ਕਰਦਿਆਂ ਹੋਇਆਂ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਸਾਰੇ ਵਿਦਵਾਨ ਇਸ ਗੱਲ ਨਾਲ ਭਾਵੇਂ ਸਹਿਮਤ ਨਹੀਂ, ਪਰ ਇੰਨਾ ਕੁ ਸਾਰੇ ਸਹਿਮਤ ਹਨ ਕਿ ਜਪ ਸਾਹਿਬ ਦੀਆਂ ਕੁਛ ਪੌੜੀਆਂ ਸਿੱਧਾਂ ਨਾਲ ਵਿਚਾਰ ਗੋਸ਼ਟੀ ਕਰਦਿਆਂ ਉਚਾਰਨ ਕੀਤੀਆਂ ਗਈਆਂ ਹਨ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ 'ਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਸਿੱਧਾਂ ਨਾਲ ਮੇਲ ਮਿਲਾਪ ਬਾਰੇ ਬਹੁਤ ਖੁਲਾਸਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬਿਆਨ ਕੀਤਾ ਹੈ। ਔਰ ਇਹਨਾਂ ਪੌੜੀਆਂ ਤੋਂ ਵੀ ਸਿੱਧ ਹੋ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਦੀ ਸਿੱਧਾਂ ਦੇ ਨਾਲ ਜੋ ਵਿਚਾਰ ਗੋਸ਼ਟੀ ਹੋਈ ਹੈ, ਉੱਥੇ ਹੀ ਇਹ ਪੌੜੀਆਂ ਉਚਾਰਨ ਹੋਈਆਂ ਹਨ। ਸਿੱਧਾਂ ਨੇ ਸਤਿਗੁਰਾਂ ਨੂੰ ਪੁੱਛਿਆ ਹੋਵੇਗਾ ਕਿ ਤੁਸੀਂ ਕੌਣ ਹੋ, ਤਾਂ ਸਤਿਗੁਰਾਂ ਨੇ ਕਿਹਾ ਹੋਵੇਗਾ ਕਿ ਮੈਂ ਜੋਗੀ। ਅਥਵਾ ਸਿੱਧਾਂ ਨੇ ਇਹ ਮਨ 'ਚ ਖਿਆਲ ਕੀਤਾ ਵੀ ਗੁਰੂ ਨਾਨਕ ਸਾਹਿਬ ਨੂੰ ਆਪਣਾ ਚੇਲਾ ਬਣਾ ਲਈਏ। ਇੰਝ ਵੀ ਲਿਖਿਆ ਮਿਲਦਾ ਉਥਾਨਕਾਂ ਵਿੱਚ ਵੀ ਸਿੱਧਾਂ ਨੇ ਜੋਗ ਭੇਖ ਦੇ ਸਾਰੇ ਚਿੰਨ੍ਹ, ਜਿਵੇਂ ਮੁੰਦਰਾਂ ਔਰ ਪਾਤਰ, ਪੱਤ, ਠੂਠਾ ਭਿਖਿਆ ਮੰਗਣ ਵਾਲਾ, ਝੋਲੀ, ਅਤੇ ਇਸੇ ਤਰ੍ਹਾਂ ਵਿਭੂਤੀ, ਖਿੰਥਾ, ਗੋਦੜੀ ਆਦਿਕ ਵਸਤੂਆਂ, ਡੰਡਾ, ਸਿੰਘੀ ਨਾਦ ਲਿਆ ਕੇ ਰੱਖੇ ਹੋਣਗੇ ਵੀ ਇਹ ਧਾਰਨ ਕਰੋ, ਜੋਗੀ ਬਣ ਜਾਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਮੁਖਾਤਬ ਹੋ ਕੇ ਦੱਸ ਰਹੇ ਨੇ ਵੀ ਜੋਗੀ ਕਿਹੋ ਜਿਹੇ ਬਣਨਾ ਚਾਹੀਦਾ। ਜੋ ਸੰਸਾਰ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਲਈ ਜਾਂ ਆਪਣੇ ਜੀਵਨ ਦਾ ਬਸ਼ਰ ਕਰਨ ਲਈ, ਜੀਵਨ ਜਿਉਣ ਲਈ ਵਸਤੂਆਂ ਦੀ ਲੋੜ ਆ, ਉਹਨਾਂ ਵਾਸਤੇ ਸਾਧਨ ਕਰਨੇ ਪੈਂਦੇ। ਜਿਵੇਂ ਰੋਟੀ ਪਾਣੀ ਜੋ ਅਸੀਂ ਖਾਦ ਖੁਰਾਕ ਖਾਂਦੇ ਹਾਂ ਉਹਦੇ ਵਾਸਤੇ, ਜਾਂ ਵਸਤਰਾਂ ਵਾਸਤੇ, ਆਉਣ ਜਾਣ ਲਈ, ਸਵਾਰੀਆਂ ਲਈ, ਜਾਂ ਰਿਹਾਇਸ਼ ਵਾਸਤੇ, ਸਾਰਿਆਂ ਕਰਮਾਂ ਲਈ ਧਨ ਦੀ ਜ਼ਰੂਰਤ ਹੈ। ਔਰ ਅਸੀਂ
ਉਸ ਧਨ ਵਾਸਤੇ ਅਨੇਕਾਂ ਸਾਧਨ ਕਰਦੇ ਹਾਂ। ਇਸੇ ਪ੍ਰਕਾਰ ਆਤਮਿਕ ਸ਼ਾਂਤੀ, ਆਤਮਿਕ ਗਿਆਨ, ਆਤਮਿਕ ਆਨੰਦ, ਜਾਂ ਇੰਝ ਕਹਿ ਲਓ ਕਿ ਪਰਮਾਰਥ ਦੀ ਮੰਜ਼ਿਲ 'ਤੇ ਪਹੁੰਚਣ ਲਈ, ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਚੜ੍ਹਨ ਲਈ ਵੀ ਹਿੰਦੁਸਤਾਨ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਸਾਧਨ ਜੁਟਾਏ ਗਏ। ਔਰ ਉਹਨਾਂ ਸਾਧਨਾਂ ਵਿੱਚ ਜਿਵੇਂ ਤੀਰਥਾਂ 'ਤੇ ਨਹਾਉਣਾ, ਔਰ ਇਸੇ ਤਰ੍ਹਾਂ ਯੋਗ ਕਮਾਉਣਾ, ਯਮ ਨੇਮ ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ ਆਦਿਕ ਯੋਗੀਆਂ ਦੇ ਇਹ ਕਰਮ ਹੈ। ਵੱਖਰੀਆਂ ਵੱਖਰੀਆਂ ਮੁਦਰਾਵਾਂ ਹਨ। ਇਸੇ ਪ੍ਰਕਾਰ ਤਪੱਸਿਆ ਕਰਦੇ ਰਹੇ ਲੋਕ ਜੰਗਲਾਂ 'ਚ ਜਾ ਕੇ, ਧੂਣੀਆਂ ਤੌਣੀਆਂ, ਜਲ ਧਾਰੇ ਕਰਨੇ ਇਤਿਆਦਿਕ। ਔਰ ਹਿੰਦੁਸਤਾਨ ਦੇ ਅੰਦਰ 4 ਵੇਦ, 18 ਪ੍ਰਾਣ, 6 ਸ਼ਾਸਤਰ, ਉਹਨਾਂ 'ਚ ਲਿਖੇ ਜਿਹੜੇ ਕਰਮ ਹਨ, ਉਹਨਾਂ ਕਰਮਾਂ ਦਾ ਅਭਿਆਸ, ਜਿਵੇਂ ਗੁਰੂ ਕੀ ਬਾਣੀ 'ਚ ਵੀ ਬਚਨ ਹੈ, ਗਿਆਨੈ ਕਾਰਨ ਕਰਮ ਅਭਿਆਸ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਿੱਧਾਂ ਨੂੰ ਦੱਸ ਰਹੇ ਨੇ ਕਿ ਇਹ ਜਿਹੜੇ ਚਿੰਨ੍ਹ, ਇਹ ਨਿਸ਼ਾਨੀਆਂ, ਇਹ ਵਸਤੂਆਂ ਤੁਸੀਂ ਯੋਗ ਦਾ ਭੇਖ ਪ੍ਰਾਪਤ ਕਰਨ ਲਈ ਵਿਖਾ ਰਹੇ ਹੋ, ਜਾਂ ਤੁਸਾਂ ਨੇ ਧਾਰਨ ਕੀਤੀਆਂ ਹੋਈਆਂ, ਇਹਨਾਂ ਦਾ ਮਨ ਦੇ ਨਾਲ ਸੰਬੰਧ ਨਹੀਂ ਹੈ। ਇਹ ਬਾਹਰੀ ਤੌਰ 'ਤੇ ਵਿਖਾਵਾ ਹੈ ਵੀ ਇਹ ਚਿੰਨ੍ਹ ਜਿਸ ਨੇ ਧਾਰਨ ਕੀਤੇ ਹਨ ਉਹ ਯੋਗੀ ਹੈ, ਪਰ ਹੋ ਸਕਦਾ ਕੇਵਲ ਚਿੰਨ੍ਹ ਹੀ ਧਾਰਨ ਕੀਤੇ ਹੋਣ, ਅੰਦਰੋਂ ਯੋਗੀ ਨਾ ਹੋਵੇ। ਕਿਉਂਕਿ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ। ਇਹ ਸਤਿਗੁਰੂ ਦਾ ਮਤ ਹੈ। ਜੋਗ ਨਾਮ ਜੁੜਨ ਦਾ ਹੈ। ਵਾਹਿਗੁਰੂ ਦੇ ਵਿੱਚ ਜੋਗ ਜੁੜਨਾ ਤੇ ਭਾਗ ਹੁੰਦਾ ਖੰਡਿਤ ਹੋਣਾ, ਹਿੱਸੇ ਹੋ ਜਾਣੇ। ਜੋਗ ਜੁੜਨ ਦਾ ਨਾਮ। ਜੋ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ ਉਹ 2 ਧਰਮਾਂ ਨੂੰ ਜੋੜੇਗਾ, 2 ਦੇਸ਼ਾਂ ਨੂੰ ਜੋੜੇਗਾ, 2 ਪਰਿਵਾਰਾਂ ਨੂੰ ਜੋੜੇਗਾ, 2 ਇਲਾਕਿਆਂ ਨੂੰ ਆਪਸ ਵਿੱਚ ਜੋੜੇਗਾ। ਜੋ ਆਪ ਭਾਗ ਟੁਕੜੇ ਟੁਕੜੇ ਹੋਇਆ, ਅੰਦਰੋਂ ਮਨ ਜਿਸ ਦਾ ਖਿੰਡਿਆ ਹੋਇਆ, ਵਿਗੜਿਆ ਹੋਇਆ, ਖੰਡਿਤ ਹੋਇਆ, ਉਹ ਅਨੇਕਾਂ ਨੂੰ ਖੰਡਿਤ ਕਰੇਗਾ, ਆਪਸ ਵਿੱਚ ਵਿਛੋੜ ਦੇਵੇਗਾ, ਪੁਆੜੇ ਖੜੇ ਕਰੇਗਾ। ਇਸ ਵਾਸਤੇ ਯੋਗ ਬੜੀ ਉੱਚੀ ਅਵਸਥਾ ਹੈ, ਬਹੁਤ ਚੰਗੀ ਅਵਸਥਾ ਹੈ ਸੰਸਾਰ ਸਮਾਜ ਸਾਰਿਆਂ ਵਾਸਤੇ। ਪਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਹਨ ਬਹੁਤ ਥਾਈਂ ਬਾਣੀ ਵਿੱਚ, ਜਿਵੇਂ ਬਚਨ ਹਨ, ਜੋਗ ਨਾ ਖਿੰਥਾ। ਹਜ਼ੂਰ ਕਹਿੰਦੇ ਖਿੰਥਾ ਗੋਦੜੀ, ਲੀਰਾਂ ਦੀ ਜੁੱਲੀ ਉੱਪਰ ਧਾਰਨ ਕਰ ਲੈਣੀ, ਇੰਨੀ ਗੱਲ ਨਾਲ ਯੋਗ ਸਮਝ ਲੈਣਾ ਇਹ ਨਹੀਂ ਹੈ। ਕੇਵਲ ਖਿੰਥਾ ਗੋਦੜੀ ਧਾਰਨ ਕਰਨਾ ਯੋਗ ਨਹੀਂ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਹੱਥ ਵਿੱਚ ਡੰਡਾ ਪਕੜ ਲੈਣਾ ਤੇ ਕਹਿਣਾ ਜੋਗੀਆਂ, ਇੰਜ ਵੀ ਨਹੀਂ। ਜੋਗ ਨਾ ਭਸਮ ਚੜ੍ਹਾਈਆ, ਤੇ ਈਰ ਨੇ ਗੋਹਿਆਂ ਨੂੰ ਸਾੜ ਕੇ ਤੇ ਉਹਨਾਂ ਦੀ ਜਿਹੜੀ ਸਵਾਹ ਭਸਮ ਉਹ ਸਰੀਰ 'ਤੇ ਮਲ ਲੈਣੀ, ਇਹ ਵੀ ਯੋਗ ਨਹੀਂ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈਆ, ਜੋਗ ਨਾ ਮੁੰਦੀ ਮੂੰਡ ਮੁਡਾਇਆ, ਜੋਗ ਨਾ ਸਿੰਘੀ ਵਾਈਆ। ਔਰ ਕੰਨ ਪਾੜ ਕੇ ਕੱਚ ਦੀਆਂ ਮੁੰਦਰਾਂ ਪਾ ਲੈਣੀਆਂ ਤੇ ਸਿਰ ਮੂੰਹ ਮਨਾ ਲੈਣਾ, ਸਰੀਰ ਦੇ ਰੋਮ ਵਾਲ ਕੇਸ ਕੱਟ ਦੇਣੇ, ਇਹ ਵੀ ਜੋਗ ਨਾਲ ਇਹਦਾ ਸੰਬੰਧ ਨਹੀਂ ਹੈ। ਕਬੀਰ ਜੀ ਨੇ ਵੀ ਕਿਹਾ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਕਬੀਰ ਜੀ ਕਹਿੰਦੇ ਨੇ, ਹੇ ਜੀਵ, ਹੇ ਸਿਰ ਮੂੰਹ ਮਨਾਉਣ ਵਾਲਿਆ, ਮਨ ਤਾਂ ਇੱਥੋਂ ਮੁੰਨਿਆ ਨਹੀਂ ਗਿਆ, ਭਾਵ ਮਨ ਤਾਂ ਕਾਬੂ ਨਹੀਂ ਹੋਇਆ, ਮਨ ਤਾਂ ਸੁਧਾਰਿਆ ਨਹੀਂ ਗਿਆ, ਮਨ ਤਾਂ ਵਸ ਵਿੱਚ ਆਇਆ ਨਹੀਂ, ਤੇ ਸਿਰ ਦੇ ਸਰੀਰ ਦੇ ਕਾਇਆਂ ਦੇ ਕੇਸ ਤੂੰ ਮੁੰਨ ਦਿੱਤੇ। ਜੋ ਕੁਝ ਵੀ ਗੁਨਾਹ ਖਤੇ ਪਾਪ ਕੀਤੇ ਹਨ ਉਹ ਤਾਂ ਮਨ ਨੇ ਕੀਤੇ ਹਨ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ, ਮੂੰਡ ਸਿਰ, ਮੁੰਡਾ ਮੁੰਨ ਲਿਆ, ਅਜਾਏ ਅਜਾਈ, ਭਾਵ ਸਿਰ ਮੁੰਨਿਆ ਤੇਰਾ ਵਿਅਰਥ ਗਿਆ, ਵਾਹਿਗੁਰੂ ਦੇ ਨਾਲ ਤਾਂ ਜੁੜਿਆ ਨਹੀਂ ਗਿਆ। ਇਸ ਪ੍ਰਕਾਰ ਫਿਰ ਮਹਾਰਾਜ ਜੀ ਕਿਸ ਤਰ੍ਹਾਂ, ਤਾਂ ਹਜ਼ੂਰ ਕਹਿੰਦੇ ਗੱਲੀ ਜੋਗ ਨਾ ਹੋਈ, ਗੱਲਾਂ ਬਾਤਾਂ ਨਾਲ ਤਾਂ ਨਹੀਂ ਜੁੜਿਆ ਜਾ ਸਕਦਾ ਵਾਹਿਗੁਰੂ ਨਾਲ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਆਪਣੀ ਦ੍ਰਿਸ਼ਟੀ ਇੱਕ ਨੂੰ ਵੇਖਣ ਵਾਲੀ ਬਣਾ ਲੈ, ਦ੍ਰਿਸ਼ਟੀ ਵਿੱਚ ਏਕਤਾ ਹੋਏ, ਇੱਕੋ ਜਿਹੀ ਨਜ਼ਰ ਪਾ ਕੇ ਸਾਰਿਆਂ ਨੂੰ ਸਮਸਰ ਬਰਾਬਰ ਜਾਣੇ, ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ।
ਉਸ ਨੂੰ ਜੋਗੀ ਕਿਹਾ ਜਾਂਦਾ ਹੈ, ਕਿਉਂਕਿ ਪਰਮਾਤਮਾ ਦਾ ਸਾਰੀ ਸ੍ਰਿਸ਼ਟੀ ਵਿੱਚ ਹੀ ਹੈ। ਫਿਰ ਵਿਤਕਰੇ ਨਹੀਂ ਰਹਿ ਜਾਣਗੇ ਜਿਹਨੂੰ ਇਹ ਗਿਆਨ ਹੋਵੇ ਕਿ ਵਾਹਿਗੁਰੂ ਹਰ ਪਾਸੇ ਸਮਾਇਆ ਹੋਇਆ। ਕੋਈ ਬਸ਼ਰ ਵੀ ਤੂੰ ਕਿਸੈ ਨਾ ਦਿਸੈ ਬਾਹਰਾ ਜੀਓ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਹੈ ਬਾਹਰਾ ਜੀਓ। ਵਾਹਿਗੁਰੂ ਕਿਸੇ ਤੋਂ ਵੀ ਬਾਹਰ ਨਹੀਂ, ਭਈ ਕੋਈ ਵੀ ਖਾਲੀ ਹੋਵੇ ਵਾਹਿਗੁਰੂ ਤੋਂ ਨਹੀਂ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਹੈ। ਇਸ ਪ੍ਰਕਾਰ ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ ਦਸੰਤਰ ਭਵਿਆ, ਜੋਗ ਨਾ ਤੀਰਥ ਨਹਾਈਐ। ਅਖੀਰ ਤੇ ਹਜ਼ੂਰ ਨੇ ਕਿਹਾ, ਨਾਨਕ ਜੀਵਤ ਜਾਂ ਮਰ ਰਹੀ ਹੈ, ਐਸਾ ਜੋਗ ਕਮਾਈਐ, ਵਾਜੇ ਬਾਝੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ। ਬਾਹਰਲੇ ਵਾਜੇ ਜਿਹੜੇ ਤੁਸੀਂ ਸਿੰਘੀ ਨਾਦ ਵਜਾਉਂਦੇ ਹੋ, ਉਹਦੇ ਤੋਂ ਬਗੈਰ ਹੀ ਅਨਹਦ ਨਾਦ ਅੰਦਰ ਵੱਜੇ ਸੁਣਾਈ ਦੇਵੇ। ਵਾਹਿਗੁਰੂ ਦੇ ਨਾਮ ਦਾ ਵਾਜਾ ਅੰਦਰ ਵੱਜੇ ਤੇ ਜੀਵਤ ਭਾਵ ਤੋਂ ਮਰ ਜਾਈਏ, ਜਿਉਂਦੇ ਹੀ ਹੰਕਾਰ ਤੋਂ ਮਰ ਜਾਈਏ। ਹੰਕਾਰ ਭਾਵ ਮਰ ਜਾਏ ਅੰਦਰੋਂ, ਇਹ ਹੁੰਦਾ ਜੀਵਤ ਮਰਿਆ ਬੁੱਝਿਆ ਪ੍ਰਭ ਸੋਏ। ਜੀਵਤ ਭਾਵ ਤੋਂ ਮੈਂ ਮਰਿਆ ਹੋਇਆ, ਇਸ ਤਰ੍ਹਾਂ ਮਤਲਬ ਸਮਝ ਲਏ ਆਪਣੇ ਆਪ ਨੂੰ। ਹੰਕਾਰ ਤਿਆਗ ਦੇ, ਹੰਕਾਰ ਨੂੰ ਮਾਰ ਦੇ। ਇਹਦੇ ਆਦਿਕ ਸਰਮੈ ਦੀਆਂ ਮੁੰਦਰਾ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ, ਆਵਣ ਜਾਣ ਬਿਭੂਤ ਲਾਏ ਜੋਗੀ, ਤਾਂ ਤੀਨ ਭਵਨ ਜਿਣ ਲਿਆ। ਇਸ ਪ੍ਰਕਾਰ ਦੇ ਉਪਦੇਸ਼ਮਈ ਬਚਨ ਸਤਿਗੁਰਾਂ ਨੇ ਸਿੱਧਾਂ ਦੇ ਪ੍ਰਥਾਏ ਕੀਤੇ ਹਨ। ਇੱਥੇ ਵੀ ਸਤਿਗੁਰੂ ਮਹਾਰਾਜ ਮਨ ਦੇ ਤਾਈਂ ਧਾਰਨ ਕਰਨ ਵਾਲੇ ਜਿਹੜੇ ਸ਼ੁਭ ਗੁਣ ਹਨ, ਉਹਨਾਂ ਨੂੰ ਯੋਗ ਦੇ ਚਿੰਨ੍ਹ ਦਰਸਾ ਰਹੇ ਹਨ ਸਤਿਗੁਰੂ ਜੀ। ਹਜ਼ੂਰ ਕਹਿੰਦੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ। ਜਿਹੜਾ ਸੰਤੋਖ ਧਾਰਨ ਕਰਨਾ, ਸੰਤੋਖ ਵੀ ਦੋ ਤਰ੍ਹਾਂ ਦਾ। ਇੱਕ ਤਾਂ ਜਿਵੇਂ ਕਹਿੰਦੇ ਹੱਥ ਨਾ ਆਪਣੇ ਥੂ ਕੌੜੀ, ਕੁਛ ਪ੍ਰਾਪਤ ਕਰਨ ਦੀ ਸਾਡੇ ਕੋਲ ਸਮਰੱਥਾ ਨਹੀਂ, ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਤਾਂ ਮਜਬੂਰੀ ਵਸ ਕਹਿ ਦੇਣਾ ਅਸੀਂ ਤਾਂ ਸੰਤੋਖੀ ਹਾਂ ਜੀ, ਜੋ ਕੁਝ ਸਾਡੇ ਕੋਲ ਹੈ ਸਾਨੂੰ ਸੰਤੁਸ਼ਟੀ ਹੈ। ਪਰ ਅੰਦਰ ਤੜਪ ਹੋਣੀ। ਇੱਕ ਸੰਤੋਖ ਅੰਦਰ ਹੁੰਦਾ ਜਿਹਦੇ ਬਾਰੇ ਹਜ਼ੂਰ ਨੇ ਕਿਹਾ, ਤ੍ਰਿਸ਼ਨਾ ਬੁਝੈ ਹਰਿ ਕਾ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਥਾ ਲਾਭ ਤਥਾ ਸੰਤੁਸ਼ਟ। ਧਰਮ ਦੇ ਦਾਇਰੇ 'ਚ ਰਹਿੰਦਿਆਂ ਹੋਇਆਂ ਜੋ ਕੁਝ ਵੀ ਵਾਹਿਗੁਰੂ ਨੇ ਬਖਸ਼ਿਆ ਹੈ ਉਹਦੇ ਵਿੱਚ ਗੁਜ਼ਾਰਾ ਕਰਨਾ ਤੇ ਮਾਨਸਿਕ ਸੰਤੁਸ਼ਟੀ ਹੋਣੀ। ਮਨ ਦੇ ਅੰਦਰ ਤ੍ਰਿਸ਼ਨਾ ਲਾਲਸਾ ਵਾਸ਼ਨਾ ਨਾ ਰਹਿਣੀ। ਐਸੇ ਸੰਤੋਖੀ ਵਿਰਲੇ ਹਨ, ਪਰ ਹਜ਼ੂਰ ਨੇ ਸੰਤੋਖ ਨੂੰ ਬਹੁਤ ਸਲਾਹਿਆ ਹੈ। ਹਜ਼ੂਰ ਕਹਿੰਦੇ ਨੇ, ਨਾਮ ਬੀਜ ਸੰਤੋਖ ਸੁਹਾਗਾ। ਨਾਮ ਦਾ ਬੀਜ ਬੀਜੋ ਹਿਰਦੇ 'ਚ, ਤੇ ਇਸ ਨਾਮ ਦੀ ਕਮਾਈ ਨੂੰ ਸਾਂਭ ਕੇ ਰੱਖਣ ਲਈ, ਜਿਵੇਂ ਖੇਤ ਵਿੱਚ ਦਾਣੇ ਖਿਲਾਰ ਦਿੱਤੇ ਜਾਂਦੇ ਨੇ, ਬੀਜ ਦਿੱਤਾ ਜਾਂਦਾ, ਤੇ ਇਸ ਖਿਆਲ ਨਾਲ ਕਿ ਪੰਛੀ ਜਾਨਵਰ ਚੁਗ ਜਾਣਗੇ, ਸੁਹਾਗਾ ਦਿੱਤਾ ਜਾਂਦਾ। ਫਿਰ ਉਹ ਬੀਜ ਧਰਤੀ ਵਿੱਚ ਰਹਿੰਦਾ ਤੇ ਉੱਗਦਾ ਹੈ, ਫਿਰ ਫਸਲ ਬਣਦੀ ਹੈ, ਲਾਭ ਹੁੰਦਾ ਜ਼ਿਮੀਂਦਾਰ ਨੂੰ। ਇਸ ਤਰ੍ਹਾਂ ਹੀ ਨਾਮ ਦਾ ਬੀਜ ਬੀਜੋ, ਪਰ ਸੰਤੋਖ ਦਾ ਸੁਹਾਗਾ ਵੀ ਉੱਪਰ ਦਿਓ। ਤ੍ਰਿਸ਼ਨਾਵਾਂ ਲਾਲਸਾਵਾਂ ਵਧਾ ਕੇ ਜੇ ਚੱਲੋਗੇ ਤਾਂ ਮਨ ਟਿਕੇਗਾ ਨਹੀਂ। ਇਸ ਕਰਕੇ ਸੰਤੋਖ ਬੜੀ ਵੱਡੀ ਵਸਤੂ ਹੈ। ਹਜ਼ੂਰ ਕਹਿੰਦੇ ਨੇ, ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ। ਸਰਮ ਪਤ ਝੋਲੀ। ਹੁਣ ਕਈ ਸੱਜਣ ਇਹ ਬਚਨ ਕਰਦੇ ਨੇ ਕਿ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਇੱਕ ਹੀ ਅਰਥ ਹੁੰਦਾ, ਦੂਜਾ ਨਹੀਂ। ਉਹਨਾਂ ਵਾਸਤੇ ਬੇਨਤੀ ਹੈ ਵੀ ਹੁਣ ਸਰਮ ਸ਼ਬਦ ਆਇਆ, ਸਾਨੂੰ ਕੀ ਪਤਾ ਵੀ ਸਤਿਗੁਰੂ ਜੀ ਨੇ ਕਿਸ ਭਾਸ਼ਾ ਦਾ ਇਹ ਸ਼ਬਦ ਵਰਤਿਆ। ਜੇ ਤਾਂ ਇਹ ਸ਼ਬਦ ਸੰਸਕ੍ਰਿਤ ਦਾ ਸਮਝਿਆ ਜਾਏ ਤੇ ਸੰਸਕ੍ਰਿਤ ਵਿੱਚ ਦੋ ਤਰ੍ਹਾਂ ਨਾਲ ਆਉਂਦਾ ਹੈ। ਇੱਕ ਤਾਂ ਸਰਮ ਦਾ ਅਰਥ ਹੈ ਮਿਹਨਤ। ਇੱਕ ਸਰਮ ਸੱਸੇ ਦੇ ਚਰਨਾਂ 'ਚ ਅੱਧਾ ਰਾਰਾ ਤੇ ਮੰਮਾ, ਉਹ ਸਰਮ ਵੈਰਾਗ ਦਾ ਵਾਚਕ ਹੈ, ਵੈਰਾਗ। ਔਰ ਇਸ ਪ੍ਰਕਾਰ ਸ਼ਰਮ ਤੇ ਸਰਮ, ਵੈਰਾਗ ਤੇ ਮਿਹਨਤ, ਇਹ ਸੰਸਕ੍ਰਿਤ ਦੇ ਦੋ ਸ਼ਬਦ ਨੇ। ਤੇ ਇਸੇ ਪ੍ਰਕਾਰ ਜਿਹੜਾ ਫਾਰਸੀ ਭਾਸ਼ਾ ਸ਼ਰਮ ਸ਼ਬਦ ਆ, ਉਹਦਾ ਅਰਥ ਲੱਜਾ, ਹਯਾ। ਸੋ ਇਸ ਪ੍ਰਕਾਰ ਇੱਥੇ ਦੋਵੇਂ ਅਰਥ ਹੀ ਕਰਨੇ ਪੈਣਗੇ। ਹਜ਼ੂਰ ਕਹਿੰਦੇ ਨੇ, ਸਰਮ ਪਤ ਝੋਲੀ। ਪਤ ਨਾਮ ਹੈ ਪਾਤਰ ਦਾ। ਬਿਰਛਾਂ ਦੇ ਪੱਤਰਾਂ ਵਾਸਤੇ ਵੀ ਪਤ ਸ਼ਬਦ ਵਰਤਿਆ ਜਾਂਦਾ, ਤੇ ਪਤ ਤੱਤੇ ਨੂੰ ਸਿਹਾਰੀ ਵਾਲਾ। ਪਤ ਦਾ ਅਰਥ ਇੱਜ਼ਤ, ਅਬਰੋ, ਤੇ ਪਤ ਪਤੀ ਵਾਹਿਗੁਰੂ। ਇਹ ਗੁਰਬਾਣੀ ਵਿੱਚ
ਪਤੀ ਸ਼ਬਦ ਵਾਸਤੇ ਵੀ ਪਤ ਆਇਆ, ਤੇ ਪਤ ਇੱਜ਼ਤ ਸ਼ਰਮ ਇੱਜ਼ਤ ਆਬਰੋ ਵਾਸਤੇ ਵੀ ਆਇਆ। ਤੇ ਇਹ ਪਤ ਇੱਥੇ ਪਾਤਰ ਦਾ ਵਾਚਕ ਹੈ। ਭਾਂਡਾ ਜਿਹੜਾ ਜੋਗੀਆਂ ਦੇ ਕੋਲ ਇੱਕ ਠੂਠਾ ਹੁੰਦਾ, ਉਹ ਪਾਤਰ ਹੁੰਦਾ, ਉਹ ਭਿਖਿਆ ਉਹਦੇ 'ਚ ਪਾਈ ਜਾਂਦੇ ਹਨ। ਜਦੋਂ ਭਰ ਜਾਂਦਾ ਤੇ ਫਿਰ ਝੋਲੀ ਵਿੱਚ ਉਲੱਦ ਲੈਂਦੇ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹੜੀ ਵਕਾਰਾਂ ਵੱਲੋਂ ਸ਼ਰਮ ਹਯਾ ਲੱਜਾ ਰੱਖਣੀ ਆ, ਤੇ ਜਿਹੜੀ ਸ਼ਰਮ ਮਿਹਨਤ ਕਰਨੀ ਹੈ, ਤੇ ਸ਼ਰਮ ਵਿਰਾਗ ਧਾਰਨ ਕਰਨਾ ਹੈ ਸੰਸਾਰ ਵੱਲੋਂ, ਇਹ ਹੀ ਅਸੀਂ ਪਾਤਰ ਬਣਾਇਆ, ਇਹੋ ਹੀ ਸਾਡੀ ਝੋਲੀ ਹੈ। ਧਿਆਨ ਕੀ ਕਰਹਿ ਵਿਭੂਤ, ਅਸੀਂ ਜਿਹੜਾ ਵਾਹਿਗੁਰੂ ਵੱਲ ਧਿਆਨ ਆ ਨਾ, ਆਪਣੀ ਸੁਰਤ ਪ੍ਰਮਾਤਮਾ ਵੱਲ ਜੋੜੀ ਹੋਈ ਹੈ। ਹੋਰ ਸਾਰੇ ਪਾਸਿਆਂ ਤੋਂ ਆਪਣੀ ਸੁਰਤ ਨੂੰ ਕੱਢ ਕੇ ਜਿਹੜੀ ਸੁਰਤ ਹੈ, ਇਹ ਧਿਆਨ ਹੈ ਅੰਦਰਲਾ, ਇਹ ਵਾਹਿਗੁਰੂ ਵੱਲ ਜੋੜਿਆ ਹੋਇਆ, ਇਹ ਅਸੀਂ ਵਿਭੂਤੀ ਕਰਦੇ ਹਾਂ। ਭਾਵ ਆਪਣੇ ਸਰੀਰ 'ਤੇ ਇਹ ਵਿਭੂਤੀ ਮਲਦੇ ਹਾਂ। ਅਸਲ ਵਿਭੂਤੀ ਇਹੀ ਹੈ, ਜਿਹੜਾ ਧਿਆਨ ਸੰਸਾਰ ਵੱਲ ਰਹਿਣਾ, ਸੰਸਾਰ ਦੇ ਪਦਾਰਥਾਂ ਦੀ ਲਾਲਸਾ 'ਚ ਰਹਿਣਾ ਹੈ, ਵਿਕਾਰਾਂ ਵਿੱਚ ਰਹਿਣਾ ਹੈ, ਤੇ ਇਹਦੇ ਨਾਲ ਅਸੀਂ ਤਰ ਨਹੀਂ ਸਕਦੇ, ਫਿਰ ਡੁੱਬਾਂਗੇ। ਸੰਸਾਰ ਦੇ ਵਿੱਚ ਰਹਿੰਦਿਆਂ ਧਿਆਨ ਪ੍ਰਮਾਤਮਾ ਵੱਲ ਹੋਣਾ ਚਾਹੀਦਾ। ਜਿਵੇਂ ਹਜ਼ੂਰ ਦਾ ਬਚਨ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸੁਰਤ ਸ਼ਬਦ ਦੀ ਧੁਨ ਵਿੱਚ ਲਾ ਕੇ ਰੱਖਣੀ, ਧੁਨ ਜੋ ਪ੍ਰਮਾਤਮਾ ਦੇ ਨਾਮ ਦੀ ਹੈ। ਸੋ ਇਸ ਪ੍ਰਕਾਰ ਜਿਹਦੇ ਵਿੱਚ ਵਾਹਿਗੁਰੂ ਨੂੰ ਸਲਾਹਿਆ ਜਾ ਰਿਹਾ ਹੈ, ਉਸ ਧੁਨ ਅੰਦਰ ਧਿਆਨ ਨੂੰ ਜੋੜਨਾ, ਕਿਉਂਕਿ ਧਿਆਨ ਤੋਂ ਬਗੈਰ ਸੁਣਿਆ ਹੋਇਆ ਅਣਸੁਣਿਆ ਵਰਗਾ ਹੈ। ਜੇ ਕੰਨ ਹੈਨ ਚੰਗੇ ਭਲੇ, ਮਨੁੱਖ ਜਾਗ ਰਿਹਾ ਬੈਠਾ ਹੋਇਆ, ਸੁਣ ਸ਼ਕਤੀ ਕੰਨਾਂ ਵਿੱਚ ਹੈ, ਪਰ ਮਨ ਦਾ ਧਿਆਨ ਹੋਰ ਪਾਸੇ ਹੈ, ਤਾਂ ਸੁਣਿਆ ਹੋਇਆ ਸ਼ਬਦ ਅੰਦਰ ਨਹੀਂ ਜਾਏਗਾ। ਧਿਆਨ ਦੇ ਕੇ ਸੁਣੇਗਾ ਤੇ ਫਿਰ ਉਹਨੂੰ ਸਮਝੇਗਾ, ਫਿਰ ਮੰਨੇਗਾ, ਕਮਾਏਗਾ, ਤੇ ਤਾਂ ਕਲਿਆਣ ਹੈ। ਇਸ ਪ੍ਰਕਾਰ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਈਂ ਸੁਲਤਾਨਪੁਰ ਲੋਧੀ ਕਿਹਾ ਗਿਆ ਸੀ ਕਿ ਜੇ ਤੁਸੀਂ ਹਿੰਦੂ ਮੁਸਲਮਾਨ ਵਿੱਚ ਅੰਤਰ ਨਹੀਂ ਸਮਝਦੇ, ਤੇ ਫਿਰ ਚਲੋ ਸਾਡੇ ਨਾਲ ਮਸੀਤ ਵਿੱਚ ਨਮਾਜ਼ ਅਦਾ ਕਰੀਏ। ਹਜ਼ੂਰ ਕਹਿੰਦੇ ਜੇ ਤੁਸੀਂ ਸੱਚੀ ਨਮਾਜ਼ ਅਦਾ ਕੀਤੀ ਤਾਂ ਅਸੀਂ ਵੀ ਸ਼ਾਮਲ ਹੋਵਾਂਗੇ, ਅਗਰ ਜੇ ਨਾ ਕੀਤੀ ਫਿਰ ਅਸੀਂ ਸ਼ਾਮਲ ਨਹੀਂ ਹੋਵਾਂਗੇ। ਕਹਿਣ ਲੱਗੇ ਸੱਚੀ ਹੀ ਨਮਾਜ਼ ਅਦਾ ਕਰਾਂਗੇ। ਪਰ ਉਹਨਾਂ ਦਾ ਧਿਆਨ ਵਾਹਿਗੁਰੂ ਵੱਲ, ਖੁਦਾ ਵੱਲ ਨਹੀਂ ਸੀ, ਨਮਾਜ਼ ਵਿੱਚ ਨਹੀਂ ਸੀ, ਹੋਰ ਪਾਸੇ ਸੀ। ਤਾਂ ਹਜ਼ੂਰ ਨੇ ਕਹਿ ਦਿੱਤਾ ਸੀ ਕਿ ਅਸੀਂ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ, ਤਾਂ ਕਿਉਂਕਿ ਮੱਥਾ ਠੋਕੇ ਜਿਮੀ ਪਰ ਮਨ ਉੱਡੇ ਸਮਾਨ, ਘੋੜੇ ਕੰਧਾਰ ਖਰੀਦਦਾ ਦੌਲਤ ਖਾਨ ਪਠਾਨ। ਸ਼ਰਮਿੰਦਾ ਹੋ ਗਿਆ ਕਿਉਂਕਿ ਸੱਚ ਸੀ। ਤਾਂ ਕਹਿਣ ਲੱਗਾ ਜੀ ਕਾਜੀ ਸਾਹਿਬ ਤਾਂ, ਮੌਲਵੀ ਸਾਹਿਬ ਤਾਂ ਨਮਾਜ਼ ਅਦਾ ਕਰ ਰਹੇ ਸੀ। ਮਹਾਰਾਜ ਕਹਿੰਦੇ ਨਹੀਂ, ਇਹਦੇ ਘਰ ਵਿੱਚ ਵੀ ਘੋੜੀ ਸੂਈ ਸੀ, ਤੇ ਉਹਦੇ ਪਿਛਲੇ ਪਾਸੇ ਪਾਣੀ ਦਾ ਖੱਡਾ ਸੀ। ਇਹਦਾ ਧਿਆਨ ਵੀ ਵਿਸ਼ੇਰੀ 'ਚ ਰਿਹਾ ਵੀ ਵਿਸ਼ੇਰੀ ਡੁੱਬ ਕੇ ਮਰ ਨਾ ਜਾਏ, ਖੱਡੇ 'ਚ ਨਾ ਡਿੱਗ ਪਏ। ਇਸ ਪ੍ਰਕਾਰ ਧਿਆਨ ਸ਼ਬਦ ਵਿੱਚ ਹੋਵੇਗਾ ਤਾਂ ਹੀ ਰਸ ਬਣੇਗਾ, ਤਾਂ ਹੀ ਲਾਭ ਹੋਵੇਗਾ। ਇਸ ਲਈ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਸਾਨੂੰ ਕਿ ਅਸੀਂ ਆਪਣਾ ਧਿਆਨ ਵਾਹਿਗੁਰੂ ਵੱਲ ਨੂੰ ਕਰੀਏ। ਜਿਵੇਂ ਨਾਮਦੇਵ ਜੀ ਕੱਪੜੇ ਧੋ ਰਹੇ ਸੀ, ਤੇ ਕੱਪੜੇ ਧੋ ਕੇ ਠੱਪੇ ਲਾ ਰਹੇ ਸਨ, ਤਾਂ ਤਰਲੋਚਨ ਜੀ ਉਹਨਾਂ ਦੇ ਸਮਕਾਲੀ ਸੀ। ਉਹਨਾਂ ਨੇ ਕਿਹਾ ਵੀ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਸ਼ਿਪਹੁ ਸ਼ਾਇਲ ਰਾਮ ਨ ਲਾਵੋ ਚੀਤ। ਤਾਂ ਨਾਮਦੇਵ ਜੀ ਨੇ ਅੱਗੋਂ ਸਿੱਖਿਆ ਦਿੱਤੀ ਸੀ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੁਖ ਤੋਂ ਰੱਬ ਦਾ ਨਾਮ ਵੀ ਜਪਦੇ ਹਾਂ, ਔਰ ਚਿੱਤ ਵੀ ਨਿਰੰਜਨ ਦੇ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਦੇ ਨਾਲ, ਪਰ ਹੱਥਾਂ ਪੈਰਾਂ ਨਾਲ ਕੰਮ ਵੀ ਕਰ ਰਹੇ ਹਾਂ। ਇਸ ਪ੍ਰਕਾਰ ਸਤਿਗੁਰੂ ਜੀ ਕਹਿ ਰਹੇ ਨੇ ਕਿ ਅੰਦਰਲਾ ਧਿਆਨ ਵਾਹਿਗੁਰੂ ਨਾਲ ਜੋੜਨਾ, ਇਹ ਵਿਭੂਤੀ ਅਸੀਂ ਕਰਦੇ ਹਾਂ। ਭਾਵ ਸਰੀਰ 'ਤੇ ਮਲਦੇ ਹਾਂ, ਇਹ ਵਿਭੂਤੀ ਧਾਰਨ ਕਰਦੇ ਹਾਂ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਫਰੀਦਕੋਟੀਏ ਟੀਕੇ ਅਨੁਸਾਰ ਔਰ ਸੰਪਰਦਾਵਾਂ ਦੇ ਵਿੱਚ ਅਰਥ ਇੰਝ ਕੀਤਾ ਜਾਂਦਾ ਕਿ ਸਾਡੀ ਖਿੰਥਾ ਗੋਦੜੀ, ਸਿੱਧ ਜਿਹੜੇ ਜੋਗੀ ਹਨ, ਉਹ ਲੀਰਾਂ ਇਕੱਠੀਆਂ ਕਰਕੇ ਉਹਦੀ ਇੱਕ ਜੁੱਲੀ ਬਣਾਉਂਦੇ, ਉਹ ਉੱਪਰ ਲੈਂਦੇ ਸੀ ਸਰੀਰ ਦੇ। ਤਾਂ ਹਜ਼ੂਰ ਕਹਿੰਦੇ ਨੇ ਵੀ ਸਾਡੀ ਖਿੰਥਾ ਕੀ ਹੈ, ਜਿਹੜੀ ਕਾਇਆ ਹੈ ਇਹਨੂੰ ਕਾਲ ਦੀ ਬੁਰਕੀ ਨਾ ਬਣ ਦੇਣਾ, ਕਾਲ ਦੀ ਬੁਰਕੀ ਸਮਝਣਾ, ਪਰ ਕਾਲ ਦੇ ਅਧੀਨ ਨਾ ਹੋਣਾ। ਖਿੰਥਾ ਕਾਲ ਕੁਵਾਰੀ ਕਾਇਆ, ਕੁਵਾਰੀ ਦਾ ਅਰਥ ਬੁਰਕੀ ਵੀ ਹੈ,
ਤੇ ਕੁਆਰੀ ਦਾ ਅਰਥ ਹੈ ਪਵਿੱਤਰ, ਕਾਇਆ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ। ਤੇ ਇਸ ਪ੍ਰਕਾਰ ਕਾਲ ਤੋਂ ਕੁਆਰੀ ਰੱਖਣਾ, ਕਾਲ ਦਾ ਪ੍ਰਭਾਵ ਨਾ ਪੈਣ ਦੇਣਾ। ਮਤਲਬ ਇਹ ਨਹੀਂ ਹੈ ਕਿ ਕਾਲ ਦਾ ਅਸਰ ਨਹੀਂ ਸਰੀਰ ਤੇ ਪੈਂਦਾ ਤੇ ਸਰੀਰ ਬੁੱਢਾ ਨਹੀਂ ਹੁੰਦਾ ਜਾਂ ਨਾਸ ਨਹੀਂ ਹੁੰਦਾ। ਸਰੀਰ ਤਾਂ ਨਾਸ ਸਭ ਦਾ ਹੋਏਗਾ ਹੀ, ਪਰ ਮਤਲਬ ਹੈ ਕਿ ਕੁਆਰੀ ਪਵਿੱਤਰ ਰੱਖਣਾ ਕਾਇਆ ਨੂੰ। ਜੁਗਤ ਡੰਡਾ ਪ੍ਰਤੀਤ, ਜੁਗਤੀ ਇਹੀ ਹੈ ਸਾਡੀ। ਗੁਰੂ ਮਹਾਰਾਜ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ ਜੀਵਨ ਦੀ ਜੁਗਤੀ, ਡੰਡਾ ਪ੍ਰਤੀਤ, ਪ੍ਰਤੀਤੀ ਭਰੋਸੇ ਦਾ, ਸ਼ਰਧਾ ਦਾ ਡੰਡਾ ਧਾਰਨ ਕੀਤਾ ਹੋਇਆ। ਵਿਆਕਰਣਕ ਢੰਗ ਨਾਲ ਇੰਜ ਅਰਥ ਕੀਤਾ ਜਾਂਦਾ, ਖਿੰਥਾ ਕਾਲ। ਕਾਲ ਮਤਲਬ ਮੌਤ ਨੂੰ ਹਰ ਦਮ ਚੇਤੇ ਰੱਖਣਾ, ਇਹ ਸਾਡੀ ਗੋਦੜੀ ਹੈ। ਕੁਆਰੀ ਕਾਇਆ, ਤੇ ਕਾਇਆ ਨੂੰ ਕੁਆਰੀ ਰੱਖਣਾ ਮਤਲਬ ਵਿਕਾਰਾਂ ਆਦਿਕਾਂ ਤੋਂ ਬਚਾ ਕੇ ਰੱਖਣਾ, ਪਵਿੱਤਰ ਰੱਖਣਾ, ਸਾਫ਼ ਰੱਖਣਾ, ਗਲੀਚ ਨਾ ਹੋਣ ਦੇਣਾ, ਗਲਾਜ਼ਤ ਨਾ ਹੋਣ ਦੇਣੀ। ਮਤਲਬ ਬਾਹਰੀ ਮੈਲ ਨਹੀਂ, ਵਿਕਾਰਾਂ ਦੀ ਮੈਲ ਉਹ ਨਾ ਲੱਗਣ ਦੇਣੀ, ਇਹ ਜੁਗਤੀ ਹੈ। ਤੇ ਡੰਡਾ ਪ੍ਰਤੀਤ, ਭਰੋਸੇ ਦਾ ਡੰਡਾ। ਪ੍ਰਪਾਠ ਸੰਪਰਦਾਵਾਂ 'ਚ ਇੰਝ ਹੀ ਕਰਾਇਆ ਜਾਂਦਾ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇੱਕ ਵਿਸ਼ਰਾਮ ਕਾਇਆ ਤੇ ਆ, ਜੁਗਤ ਤੇ ਠਮਕੀ ਆ, ਛੋਟੀ ਜਿਹੀ ਠਮਕੀ ਲਾ ਕੇ ਜੁਗਤ ਡੰਡਾ ਪ੍ਰਤੀਤ। ਇਸ ਪ੍ਰਕਾਰ ਮਤਲਬ ਇਹ ਸਾਰਾ ਇਹ ਜਿਹੜਾ ਪੰਕਤੀ ਹੈ ਇਹਦੇ 'ਚ ਜੁਗਤੀ ਸਮਝਾਈ ਹੈ ਵੀ ਇੰਜ ਸਾਡੇ ਜੀਵਨ ਦੀ ਜੁਗਤੀ ਹੈ। ਕਾਲ ਜਿਹੜਾ ਇਹ ਮੌਤ ਦਾ ਅਸਰ ਹੈ, ਪ੍ਰਭਾਵ ਹੈ, ਉਹ ਨਾ ਪੈਣ ਦੇਣਾ। ਤੇ ਕਾਲ ਮੌਤ ਨੂੰ ਹਰਦਮ ਚੇਤੇ ਰੱਖਣਾ। ਇੱਕ ਚਿੰਤਾ ਹੈ ਮੌਤ ਦੀ ਚਿੰਤਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਚੇਤਾ ਭੁਲਾਇਆ। ਜੇ ਕਿਤੇ ਚੇਤਾ ਕਰਾ ਦਿੱਤਾ ਜਾਏ ਤੇ ਫਿਰ ਉਹ ਚਿੰਤਾ 'ਚ ਗਰਸੇ ਜਾਂਦੇ ਨੇ, ਜਿਹਦੇ ਬਾਰੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਚਿੰਤਾ ਤਾਂ ਕਿ ਕੀਜੀ ਹੈ ਜੋ ਅਨਹੋਣੀ ਹੋਏ। ਸਾਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ ਕਿ ਚਿੰਤਾ ਤਾਂ ਨਹੀਂ ਕਰਨੀ। ਸਰੀਰ ਦੀ ਮੌਤ ਅਣਹੋਣੀ ਨਹੀਂ ਹੈ, ਇਹ ਜਨਮ ਹੋਣਾ, ਜੀਵਨ ਬਤੀਤ ਕਰਨਾ, ਫਿਰ ਮੌਤ ਹੋਣੀ, ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਵਿਧਾਨ ਹੈ। ਇਸ ਕਰਕੇ ਚਿੰਤਾ ਤਾਂ ਨਾ ਕਰਨੀ, ਪਰ ਮੌਤ ਦਾ ਹਰਦਮ ਚੇਤਾ ਰੱਖਣਾ ਚਾਹੀਦਾ ਵੀ ਸਿਰ 'ਤੇ ਖੜੀ ਹੈ। ਤੇ ਕਾਇਆ ਨੂੰ ਕਰੈਕਟਰਲੈਸ ਨਾ ਹੋਣ ਦੇਣਾ, ਚਰਿੱਤਰਹੀਣ ਨਾ ਹੋਣ ਦੇਣਾ, ਭੈੜਿਆਂ ਕਰਮਾਂ ਤੋਂ, ਬੁਰੇ ਕਰਮਾਂ ਤੋਂ ਬਚਾ ਕੇ ਰੱਖਣਾ। ਤੇ ਡੰਡਾ ਪ੍ਰਤੀਤੀ ਦਾ। ਸੋ ਇਸ ਪ੍ਰਕਾਰ ਇਹ ਧਾਰਨ ਕਰਨਾ, ਇਸ ਜੁਗਤੀ ਵਿੱਚ ਜੀਵਨ ਬਤੀਤ ਕਰਨਾ। ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਫਿਰ ਉਹ ਸਿੱਧ ਕਹਿੰਦੇ ਸਾਡੇ ਆਈ ਪੰਥ ਵਿੱਚ ਆ ਜਾਓ, ਸਾਡਾ ਆਈ ਪੰਥ ਹੀ ਚੰਗਾ। ਜੋਗੀਆਂ ਦੇ 12 ਪੰਥ ਨੇ, 10 ਨਾਮ ਸੰਨਿਆਸੀਆਂ ਜੋਗੀ, 12 ਪੰਥ ਚਲਾਏ। ਜੋਗੀਆਂ ਦੇ 12 ਫਿਰਕੇ ਨੇ, ਆਈ ਪੰਥ, ਹੇਤੂ ਪੰਥ, ਗਮੈ ਪੰਥ, ਪਾਗਲ ਪੰਥ, ਰਾਵਲ ਪੰਥ ਆਦਿਕ। ਇਹਨਾਂ ਵਿੱਚੋਂ ਖਾਸ ਮੰਨਿਆ ਗਿਆ ਆਈ ਪੰਥ। ਇੱਕ ਆਈ ਨਾਂ ਦੀ ਮਾਈ ਪੁਰਾਣੇ ਸਮਿਆਂ 'ਚ ਹੋਈ ਹੈ ਤੇ ਇਸ ਕਰਕੇ ਉਹਦੇ ਨਾਂ 'ਤੇ ਗੋਰਖਨਾਥ ਦਾ ਇਹ ਪੰਥ ਚੱਲਿਆ। ਮਾਈ ਦਾ ਨਾਂ ਸੀ, ਇੱਕ ਮਾਤਾ ਦਾ ਨਾਂ ਆਈ, ਉੱਥੋਂ ਇਸ ਪੰਥ ਦਾ ਨਾਮ ਪਿਆ ਆਈ ਪੰਥ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਅਸੀਂ ਵੀ ਆਈ ਪੰਥੀ ਹਾਂ। ਕਿਵੇਂ ਜੀ? ਸਗਲ ਜਮਾਤੀ, ਸਾਰੀਆਂ ਜਿਹੜੀਆਂ ਜਮਾਤਾਂ ਹਨ ਸਾਡਾ ਆਈ ਪੰਥ ਹੈ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ, ਸਾਰਿਆਂ ਨੂੰ ਪਰਮਾਤਮਾ ਦੀ ਅੰਸ਼ ਸਮਝਦੇ ਹਾਂ, ਕਿਸੇ ਨਾਲ ਵੀ ਸਾਡਾ ਵਿਤਕਰਾ ਨਹੀਂ ਹੈ। ਅਸੀਂ ਕੁਝ ਧਿਰ ਬਣਾ ਕੇ ਕੁਝ ਲੋਕਾਂ ਨੂੰ ਇਕੱਠਿਆਂ ਕਰਕੇ ਵੱਖਰੇ ਨਹੀਂ ਚੱਲਦੇ ਵੀ ਇਹ ਸਾਡਾ ਪੰਥ ਹੈ, ਸਾਡਾ ਪੰਥ ਹੈ। ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ ਹੀ ਆਪਣਾ ਆਈ ਪੰਥ ਸਮਝਿਆ ਹੈ। ਇਹੋ ਜਿਹੇ ਅਸੀਂ ਆਈ ਪੰਥੀ ਹਾਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਸੋ ਇਸ ਪ੍ਰਕਾਰ ਸਾਰਿਆਂ ਦੇ ਤਾਈਂ ਆਪਣੇ ਭਰਾ ਸਮਝਣਾ, ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਹੈ। ਕਿਸੇ ਨਾਲ ਵੀ ਵਿਤਕਰਾ, ਵੈਰ, ਵਿਰੋਧ ਨਾ ਕਰਨਾ, ਇਹ ਸਤਿਗੁਰੂ ਦਾ ਅਦਵੈਤ ਮੱਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹੋ ਹੀ ਸਾਡਾ ਆਈ ਪੰਥ ਹੈ। ਇਹੋ ਜਿਹੇ ਅਸੀਂ ਆਈ ਪੰਥੀ ਹਾਂ ਕਿ ਸਗਲ ਜਮਾਤੀ, ਸਾਰੀਆਂ ਜਮਾਤਾਂ ਹੀ ਸਾਡੀਆਂ ਹਨ, ਸਾਰਿਆਂ ਦੇ ਅਸੀਂ ਹਾਂ। ਮਨ ਜੀਤਾ ਜਗ ਜੀਤ। ਮਨ ਜਿੱਤੇ ਜਾਣ ਦੇ ਨਾਲ ਸਮਝੋ ਸਾਰਾ ਜਗਤ ਜਿੱਤਿਆ ਗਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਸ ਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਜਗਤ ਜਿੱਤ ਕੇ ਆਪਣੇ ਅਧੀਨ ਕਰ ਲਿਆ। ਜਗਤ ਕਿਸੇ ਦੇ ਵੀ ਅਧੀਨ ਜਾਂ ਅਨੁਸਾਰੀ ਸਾਰਾ ਨਹੀਂ ਹੁੰਦਾ।
ਈਵਨ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਨੇ, ਬੜਾ ਜ਼ਮਾਨਾ ਉਹਨਾਂ ਦੀ ਨਿੰਦਿਆ ਵੀ ਕਰਦਾ ਰਿਹਾ। ਪੂਰਨ ਸਨ। ਸਤਿਗੁਰੂ ਮਹਾਰਾਜ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ, ਇਹ ਅਸੀਂ ਜਾਣਦੇ ਹਾਂ। ਅੱਜ ਸਾਰਾ ਸੰਸਾਰ ਸਤਿਗੁਰਾਂ ਨੂੰ ਪੂਜਦਾ ਹੈ, ਪਰ ਜਦੋਂ ਪ੍ਰਗਟ ਹੋਏ ਤੇ ਜੋ ਕੁਝ ਉਹਨਾਂ ਨੇ ਉਪਦੇਸ਼ ਸੰਦੇਸ਼ ਸੰਸਾਰ ਨੂੰ ਦਿੱਤਾ ਵਿਖਾਵੇ ਦਾ, ਭੇਖ ਦਾ, ਪਖੰਡ ਦਾ ਖੰਡਨ ਕੀਤਾ, ਉਦੋਂ ਵੀ ਬੜੇ ਲੋਕ ਉਹਨਾਂ ਦੇ ਉਲਟ ਹੋ ਕੇ ਚੱਲੇ। ਇਉਂ ਸਤਿਗੁਰੂ 6ਵੇਂ ਤੇ 10ਵੇਂ ਪਾਤਸ਼ਾਹ ਨੂੰ ਜੰਗ ਕਰਨੇ ਪਏ, ਕਿਉਂਕਿ ਉਹਨਾਂ 'ਤੇ ਦੁਸ਼ਮਣ ਬਣ ਕੇ ਚੜ੍ਹ ਕੇ ਲੋਕ ਆਉਂਦੇ ਰਹੇ। ਉਹ ਸ੍ਰਿਸ਼ਟੀ ਦੇ ਲੋਕ ਸਨ। ਜਗਤ ਸਾਡੀ ਦੁਨਿਆਵੀ ਬਿਰਤੀ ਜਾਂ ਨਜ਼ਰ ਵਿੱਚ ਜਿੱਤਿਆ ਨਹੀਂ ਗਿਆ, ਸੰਸਾਰੀ ਲੋਕਾਂ ਦੀ ਨਜ਼ਰ ਵਿੱਚ ਜਿੱਤਿਆ ਨਹੀਂ ਗਿਆ ਜਗਤ, ਕਿਉਂਕਿ ਸਾਰਾ ਜਗਤ ਇੱਕੋ ਜਿਹਾ ਹੈ ਨਹੀਂ। ਅਗਰ ਕੋਈ ਵਿਅਕਤੀ ਧਰਮੀ ਹੈ, ਪੂਰਨ ਹੈ, ਸਾਰਾ ਜਗਤ ਤਾਂ ਉਸ ਤਰ੍ਹਾਂ ਦੇ ਸੁਭਾਅ ਵਾਲਾ ਹੈ ਨਹੀਂ ਨਾ। ਇਸ ਕਰਕੇ ਜਗਤ ਉਹਦੇ ਪਿੱਛੇ ਨਹੀਂ ਲੱਗੇਗਾ। ਕਾਫੀ ਲੋਕ ਉਹਦੇ ਵਿਰੁੱਧ ਵੀ ਰਹਿਣਗੇ। ਜਿਵੇਂ 10ਵੇਂ ਪਾਤਸ਼ਾਹ ਨੂੰ ਮਰੇਲਾ ਪੀਰ ਹੀ ਕਹਿੰਦੇ ਰਹੇ ਲੋਕ, ਸਾਰਿਆਂ ਨੇ ਸਤਿਗੁਰਾਂ ਦੀ ਬਖਸ਼ਿਸ਼ ਦਾ ਲਾਭ ਨਹੀਂ ਉਠਾਇਆ। ਭੀਮ ਚੰਦ ਵਰਗੇ ਅੱਖਾਂ ਨਾਲ, ਨੇਤਰਾਂ ਨਾਲ ਤੇ ਦਰਸ਼ਨ ਕਰਦੇ ਰਹੇ। ਮਹਿਮਾ ਲੋਕਾਂ ਨੇ ਸੁਣੀ ਬਥੇਰੀ, ਪਰ ਫਿਰ ਵੀ ਸੰਸਾਰੀ ਹੋਣ ਕਰਕੇ ਤੇ ਧਨ ਦੌਲਤ ਦੇ ਇੱਛਕ ਤੇ ਲਾਲਚੀ ਹੋਣ ਕਰਕੇ ਕਿ ਸਾਡਾ ਰਾਜ ਸਾਡੇ ਕੋਲ ਰਹੇ, ਹੋਰ ਦੱਬ ਲਈਏ, ਹੋਰ ਖੋਹ ਲਈਏ, ਐਸੀਆਂ ਭਾਵਨਾਵਾਂ ਜਾਂ ਅੰਦਰ ਵਿਗੜਿਆ ਹੋਇਆ ਮਾਨਸਿਕ ਤੌਰ 'ਤੇ ਨੀਵੇਂ ਤਲ ਦੇ ਲੋਕ, ਉਹ ਤੇ ਧਰਮ ਦੇ ਖਿਲਾਫ ਰਹਿਣਗੇ। ਜਿਸ ਨੇ ਆਪਣਾ ਮਨ ਜਿੱਤ ਲਿਆ ਹੈ, ਮਨ ਨੂੰ ਉਹ ਸਾਰਾ ਜਗਤ ਜਿੱਤ ਕੇ ਗਿਆ। ਦੁਨਿਆਵੀ ਨਿਗਾਹ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਆਪਣੇ ਵੱਲੋਂ ਹਰਾ ਦਿੱਤਾ। ਤੋੜਨਾ ਹੀ ਚਾਹੁੰਦੇ ਸੀ ਨਾ 10ਵੇਂ ਪਾਤਸ਼ਾਹ ਨੂੰ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰੀ ਪਕੜ ਜਗੜ ਜਾਂ ਇਸ ਮੁੱਦੇ ਵਾਸਤੇ ਉਹਨਾਂ ਨੇ ਅਨੰਦਪੁਰ ਸਾਹਿਬ ਵਸਾਇਆ ਹੁੰਦਾ ਵੀ ਅਸੀਂ ਧਨ ਇਕੱਠਾ ਕਰਨਾ, ਫਿਰ ਤਾਂ ਜਦੋਂ ਅਨੰਦਪੁਰ ਸਾਹਿਬ ਛੱਡਿਆ ਉਦੋਂ ਦੁੱਖ ਪਹੁੰਚਣਾ ਸੀ। ਪਰ ਕਿਉਂਕਿ ਸਤਿਗੁਰੂ ਜੀ ਨੇ ਆਪਣੀ ਐਸ਼ ਪ੍ਰਸਤੀ, ਐਸ਼ ਵਰਜ, ਧਨ ਦੌਲਤ ਆਪਣੇ ਸੁੱਖਾਂ ਵਾਸਤੇ ਨਹੀਂ ਸੀ ਜੋੜਿਆ, ਇਕੱਠਾ ਕੀਤਾ। ਉਹ ਤਾਂ ਸਿੱਖ ਸੰਗਤਾਂ ਨੇ ਜੋ ਕੁਝ ਭੇਟਾ ਕੀਤਾ। ਅਨੰਦਪੁਰ ਸਾਹਿਬ ਨਗਰੀ ਵੀ ਵਸੀ ਤੇ ਬੜਾ ਠਾਠ ਬਾਠ ਵੀ ਸੀ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਲੱਖਾਂ ਨੇਤਰ ਸਜਦੇ ਵਿੱਚ ਪੈਂਦੇ ਸੀ, ਮਖਮਲੀ ਫਰਸ਼ ਵਿਛਦਾ ਸੀ, ਸਾਰਾ ਕੁਝ। ਪਰ ਸਜੂਰ ਇੱਥੋਂ ਚੱਲ ਕੇ ਚਮਕੌਰ ਦੀ ਗੜੀ ਜੰਗ ਵੀ ਲੜਦੇ ਨੇ, ਆਪਣੇ ਪੁੱਤਰ ਵੀ ਸ਼ਹੀਦ ਕਰਾ ਲਏ ਨੇ, ਔਰ ਬਹੁਤ ਪਿਆਰੇ ਸਿੰਘ ਵੀ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਗਏ। ਮੁਕਤਸਰ ਸਾਹਿਬ ਦਾ ਵੀ ਜੰਗ ਹੋਇਆ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਵੀ ਮਿਲੀ ਹੈ। ਔਰ ਇੱਕ ਲਿਖਤ ਵਿੱਚ ਗੱਲ ਆਈ ਹੈ ਕਿ ਔਰੰਗਜ਼ੇਬ ਬਾਦਸ਼ਾਹ ਦਾ ਕੋਈ ਚਾਚਾ ਲੱਗਦਾ ਸੀ ਵਿਅਕਤੀ, ਉਹ ਕਹਿੰਦਾ ਭੇਸ ਬਦਲਾ ਕੇ ਮੈਂ ਮਾਲਵੇ ਦੀ ਧਰਤੀ 'ਤੇ ਵਿਚਰਿਆ, ਪਤਾ ਲੱਗਣ 'ਤੇ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਵਿਚਰ ਰਹੇ ਨੇ। ਅਤੇ ਮਨ 'ਚ ਖਿਆਲ ਸੀ ਕਿ ਹੁਣ ਤਾਂ ਗੁਰੂ ਗੋਬਿੰਦ ਸਿੰਘ ਰੋਂਦੇ ਹੋਣਗੇ। ਪਰ ਜਿਸ ਵੇਲੇ ਮੈਂ ਦਰਸ਼ਨ ਕੀਤਾ, ਉਹੀ ਜਾਹੋ ਜਲਾਲ, ਉਹੀ ਅਝੰਮੀ ਵਿਅਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਦੀ ਕਥਾ ਸੁਣਾ ਰਹੇ ਸਨ। ਉਹਨਾਂ ਦੇ ਚਿਹਰੇ 'ਤੇ ਕੋਈ ਮਲਾਲ ਨਹੀਂ ਸੀ। ਮਤਲਬ ਫਿਰ ਉਹ ਜਿੱਤੇ ਹੋਏ ਨੇ, ਉਹ ਜਗਤ ਤੋਂ ਜਿੱਤੇ ਹੋਏ ਨੇ। ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਹੋਇਆ ਸੰਸਾਰ ਵੱਲੋਂ, ਉਹਨਾਂ ਨੇ ਸਾਰਾ ਜਗਤ ਜਿੱਤ ਲਿਆ। ਉਹ ਬਾਜੀ ਜਿੱਤ ਕੇ ਜਾਂਦੇ ਨੇ। ਹਾਰ ਚੱਲੇ ਗੁਰਮੁਖ ਜਗ ਜੀਤਾ, ਭਾਈ ਗੁਰਦਾਸ ਨੇ ਕਿਹਾ। ਗੁਰਮੁਖ ਹਾਰ ਚੱਲੇ ਜਗ ਜੀਤਾ। ਦੁਨਿਆਵੀ ਨੁਕਤਾ ਨਿਗਾਹ ਨਾਲ ਤਾਂ ਜਗਤ ਜਿੱਤਿਆ, ਪਰ ਗੁਰਮੁਖ ਸੰਸਾਰ ਸਾਹਮਣੇ ਹਾਰ ਕੇ ਜਗਤ ਤੋਂ ਜਿੱਤ ਕੇ ਗਏ। ਇਸ ਪ੍ਰਕਾਰ ਮਨ ਜਿੱਤਿਆ ਗਿਆ ਤੇ ਸਮਝੋ ਜਗਤ ਜਿੱਤਿਆ ਗਿਆ। ਭਾਵੇਂ ਜਗਤ ਦਾ ਇੱਕ ਵੀ ਵਿਅਕਤੀ ਨੇੜੇ ਨਾ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 3 ਸਿੰਘਾਂ ਸਮੇਤ ਨਿਕਲੇ ਸੀ, ਪਰ ਉਹਨਾਂ ਨੂੰ ਅੰਦਰੋਂ ਕੋਈ ਤੋੜ ਨਾ ਸਕਿਆ। ਹਜ਼ੂਰ ਕਲਗੀਧਰ ਜ਼ਫਰਨਾਮਾ ਜਦੋਂ ਲਿਖਦੇ ਨੇ ਤੇ ਉਸ ਜ਼ਫਰਨਾਮੇ ਵਿੱਚ ਚੜ੍ਹਦੀ ਕਲਾ ਵਾਲੀ ਭਾਸ਼ਾ ਹੈ। ਔਰੰਗਜ਼ੇਬ ਨੂੰ ਕਿਸੇ ਗੱਲੋਂ ਸਤਿਗੁਰੂ ਮਹਾਰਾਜ ਝਮੇ ਨਹੀਂ। ਤਾਂ ਹੀ ਭਾਈ ਵੀਰ ਸਿੰਘ ਨੇ ਲਿਖਿਆ, ਅਝੰਮੀ ਵਿਅਕਤੀ। ਵੀ ਦੁਨੀਆਦਾਰ ਤਾਂ ਸਮਝਦੇ ਹੋਣਗੇ ਕਿ ਹੁਣ ਬੜਾ ਦੁੱਖ ਹੋਇਆ, ਪਰ ਸਤਿਗੁਰੂ ਕਹਿੰਦੇ ਨੇ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹਨਾਂ ਲਈ ਜਗਤ ਤਮਾਸ਼ਾ ਹੈ। ਉਹਨਾਂ ਵਾਸਤੇ ਜਗਤ ਸੱਚਾ ਨਹੀਂ ਹੈ, ਇਹ ਖੇਲ ਹੈ। ਪਰਮਾਤਮਾ ਦਾ ਰਚਿਆ ਹੋਇਆ ਇੱਕ ਖੇਲ ਹੈ ਅਤੇ ਉਹ ਖੇਲ ਨੂੰ ਵੇਖਣ ਵਾਸਤੇ ਆਏ। ਸਾਹਿਬਜ਼ਾਦਿਆਂ ਦਾ ਅਫਸੋਸ ਕਰਨ ਵਾਸਤੇ ਭਾਈ ਪਰਮ ਸਿੰਘ, ਧਰਮ ਸਿੰਘ ਹੋਰੀਂ ਆਏ। ਹਜ਼ੂਰ ਨਾਲ ਉਹ ਗੱਲਬਾਤ ਕਰ ਰਹੇ ਸੀ, ਬਚਨ ਬਿਲਾਸ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਫਸੋਸ ਜਤਾ ਰਹੇ ਸੀ। ਤਾਂ ਹਜ਼ੂਰ ਨੇ ਕਿਹਾ, ਅਸੀਂ ਇੱਥੇ ਧਰਤੀ 'ਤੇ ਲਕੀਰਾਂ ਖਿੱਚੋ,
ਅਣਗਿਣਤ ਲਕੀਰਾਂ ਖਿੱਚੀਆਂ। ਹਜ਼ੂਰ ਕਹਿੰਦੇ ਹੁਣ ਮੇਸ ਦਿਓ, ਲਕੀਰਾਂ ਮੇੜ ਦਿੱਤੀਆਂ। ਤਾਂ ਸਤਿਗੁਰੂ ਜੀ ਕਹਿਣ ਲੱਗੇ ਲਕੀਰਾਂ ਖਿੱਚਣ ਦਾ ਕੋਈ ਦੀ ਖੁਸ਼ੀ ਹੋਈ, ਹਰਖ ਹੋਇਆ? ਨਾ ਜੀ, ਲਕੀਰਾਂ ਖਿੱਚਣ ਦੀ ਕਾਹਦੀ ਖੁਸ਼ੀ? ਹਜ਼ੂਰ ਕਹਿੰਦੇ ਲਕੀਰਾਂ ਮੇਟ ਦੇਣ ਦਾ ਕੋਈ ਗਮ ਹੋਇਆ? ਕਹਿੰਦੇ ਜੀ ਨਹੀਂ। ਤਾਂ ਸਤਿਗੁਰੂ ਜੀ ਕਹਿਣ ਲੱਗੇ ਇਸੇ ਤਰ੍ਹਾਂ ਹੀ ਇਹ ਜਗਤ ਹੈ, ਸਾਡੇ 'ਤੇ ਕੋਈ ਅਸਰ ਨਹੀਂ ਹੈ। ਸਾਹਿਬਜ਼ਾਦੇ ਪ੍ਰਗਟ ਹੋਏ ਸੀ, ਆਏ ਸਨ ਵਾਹਿਗੁਰੂ ਦੀ ਰਜ਼ਾ ਵਿੱਚ। ਸਰੀਰਾਂ ਨੇ ਤਾਂ ਇੱਕ ਦਿਨ ਖਤਮ ਹੋਣਾ ਹੀ ਹੈ, ਪਹਿਲਾਂ ਹੋਏ ਜਾਂ ਬਾਅਦ ਵਿੱਚ ਹੋਏ, ਕਦੋਂ ਹੋਏ? ਜਦੋਂ ਹੋਏ। ਔਰ ਸਾਨੂੰ ਖੁਸ਼ੀ ਨਹੀਂ ਸੀ ਹੋਈ ਸੰਸਾਰੀਆਂ ਵਾਂਗ, ਅਤੇ ਹੁਣ ਉਹ ਚਲੇ ਗਏ ਹਨ ਤਾਂ ਗਮ ਨਹੀਂ ਹੋਇਆ। ਇਹ ਖੁਸ਼ੀ ਹੈ, ਸਗੋਂ ਪ੍ਰਸੰਨਤਾ ਹੈ ਕਿ ਧਰਮ ਨਿਭਾ ਕੇ ਗਏ ਹਨ, ਕਿਸੇ ਅੱਗੇ ਝੁਕੇ ਨਹੀਂ, ਗੋਡੇ ਨਹੀਂ ਟੇਕੇ ਜ਼ੁਲਮ ਜ਼ੋਰ ਧੱਕੇ ਦੇ ਅੱਗੇ, ਬੇਇਨਸਾਫੀ ਅੱਗੇ ਉਹਨਾਂ ਗੋਡੇ ਨਹੀਂ ਟੇਕੇ, ਆਪਣੇ ਅਕੀਦੇ ਤੋਂ ਪਾਸੇ ਨਹੀਂ ਹੋਏ। ਇਹਨੂੰ ਕਹਿੰਦੇ ਨੇ ਜਿੱਤਣਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀ। ਮਨ ਜੀਤੇ ਜਗ ਜੀਤਿਆ, ਤਾਂ ਤੇ ਵਿਖਿਆ ਤੇ ਹੋਏ ਉਦਾਸ। ਜਿਸ ਨੇ ਮਨ ਜਿੱਤ ਲਿਆ ਹੈ ਉਹ ਜਗਤ ਤੋਂ ਜਿੱਤ ਕੇ ਗਿਆ, ਸਾਰਾ ਜਗਤ ਸਮਝੋ ਜਿੱਤਿਆ ਗਿਆ। ਆਦੇਸ਼ ਤਿਸਾ ਆਦੇਸ਼, ਸਿੱਧ ਆਦੇਸ਼ ਆਦੇਸ਼ ਕਰਦੇ ਹਨ ਇੱਕ ਦੂਜੇ ਨੂੰ ਮਿਲਣ ਵੇਲੇ। ਤਾਂ ਸਤਿਗੁਰੂ ਕਹਿੰਦੇ ਸਾਡੀ ਆਦੇਸ਼ ਨਮਸਕਾਰ ਹੈ। ਕਿਸ ਨੂੰ ਜੀ? ਤਿਸ ਪਰਮਾਤਮਾ ਨੂੰ ਆਦੇਸ਼ ਹੈ, ਉਸੇ ਨੂੰ ਨਮਸਕਾਰ ਹੈ ਜੋ ਆਦ ਸਾਰੀ ਸ੍ਰਿਸ਼ਟੀ ਦਾ ਆਦ ਮੁੱਢ ਰੂਪ ਹੈ, ਅਨੀਲ, ਕਲੰਕਾਂ ਤੋਂ ਰਹਿਤ ਹੈ, ਧੱਬਿਆਂ ਤੋਂ ਰਹਿਤ ਹੈ, ਅਨਾਦ, ਜਿਸ ਦਾ ਆਦ ਮੁੱਢ ਨਹੀਂ ਲੱਭਿਆ ਜਾ ਸਕਦਾ। ਆਪ ਸਭ ਦੀ ਆਦ ਰੂਪ ਹੈ, ਸਾਰਿਆਂ ਦਾ ਮੁੱਢ ਰੂਪ ਹੈ, ਪਰ ਉਸ ਪਰਮਾਤਮਾ ਦਾ ਕੋਈ ਆਦ ਨਹੀਂ ਹੈ। ਉਹ ਅਨਾਦਿ ਬ੍ਰਹਮ ਹੈ। ਅਨਾਹਤ, ਆਹਤ ਸ਼ਬਦ ਹੱਥ ਤੋਂ ਬਣਿਆ ਵੀ ਨਾਸ ਕਰਨਾ, ਹੱਥ ਨਾਸ ਕਰ ਦੇਣਾ, ਅਤੇ ਅਨਾਹਤ ਜਿਸ ਨੂੰ ਨਾਸ ਨਾ ਕੀਤਾ ਜਾ ਸਕੇ, ਜਿਸ ਦਾ ਨਾਸ ਨਾ ਹੋ ਸਕੇ, ਸਦਾ ਸਦੀਵੀ ਰਹਿਣ ਵਾਲਾ, ਜੁਗ ਜੁਗ ਇੱਕੋ ਵੇਸ, ਅਤੇ ਜਿਸ ਦੇ ਸਰੂਪ ਵਿੱਚ ਕਦੇ ਤਬਦੀਲੀ ਨਾ ਆਏ, ਜੁਗਾਂ ਜੁਗਾਂਤਰਾਂ ਅੰਦਰ ਜਿਸ ਦਾ ਇੱਕੋ ਹੀ ਸਰੂਪ ਹੋਵੇ, ਸਦਾ ਵਾਸਤੇ ਵਾਹਿਗੁਰੂ ਜੀ ਦੀ ਮੂਰਤ ਸਰੂਪ ਵਜੂਦ ਹਸਤੀ ਇੱਕ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਜੀ ਫਿਰ ਸਿੱਧ ਜੋ ਕਰਮ ਕਰਦੇ ਹਨ ਉਹਨਾਂ ਬਾਰੇ, ਉਹਨਾਂ ਚੀਜ਼ਾਂ ਦੇ ਨਾਮ ਲੈ ਕੇ ਸਤਿਗੁਰੂ ਦੱਸ ਰਹੇ ਨੇ ਕਿ ਭੁਗਤ ਗਿਆਨ, ਸਿੱਧ ਇੱਕ ਚੂਰਮਾ ਬਣਾ ਕੇ ਛਕਦੇ ਸੀ, ਮੋਟੀ ਰੋਟੀ ਬਣਾ ਕੇ ਵਿੱਚ ਘਿਓ ਅਤੇ ਮਿੱਠਾ ਪਾ ਕੇ ਗੁੰਨ ਕੇ ਚੂਰੀ ਬਣਾ ਕੇ ਉਹਨੂੰ ਕਹਿੰਦੇ ਸੀ ਇਹ ਸਾਡਾ ਭੁਗਤ ਪਦਾਰਥ ਹੈ। ਤਾਂ ਹਜ਼ੂਰ ਕਹਿੰਦੇ ਹਾਂ ਅਸੀਂ ਵੀ ਭੁਗਤ ਛਕਦੇ ਹਾਂ ਗਿਆਨ ਦੀ। ਸਾਡਾ ਭੁਗਤ ਪਦਾਰਥ ਖਾਣਾ ਕੀ ਹੈ? ਗਿਆਨ, ਦਇਆ ਭੰਡਾਰਨ। ਅਤੇ ਫਿਰ ਸਿੱਧ ਵਰਤਾਉਂਦੇ ਸਨ, ਜਦੋਂ ਇੱਕ ਭੰਡਾਰਨ ਮਾਈ ਹੋਵੇ ਜਾਂ ਮਨੁੱਖ ਹੋਵੇ, ਇੱਕ ਕੁਠਾਰੀ ਇੱਕ ਭੰਡਾਰੀ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਵਰਤਾਵੀ ਸਾਡੀ ਕੌਣ ਹੈ? ਦਇਆ। ਗਿਆਨ ਅੰਦਰ ਹੋਵੇ ਅਤੇ ਫਿਰ ਦਇਆ ਦੀ ਬਿਰਤੀ ਨਾਲ ਉਸ ਨੂੰ ਅੱਗੇ ਵਰਤਾਇਆ ਜਾਏ। ਜੋ ਦੁਨਿਆਵੀ ਦਾਨੀ ਹੈ, ਸੰਸਾਰੀ ਦਾਨੀ, ਸੰਸਾਰੀ ਪਦਾਰਥਾਂ ਦਾ ਮਾਲਕ ਹੈ, ਉਹਦੇ ਹਿਰਦੇ 'ਚ ਦਇਆ ਆਏ ਤਾਂ ਉਹ ਅੱਗੇ ਵੰਡਦਾ ਹੈ। ਇਸੇ ਪ੍ਰਕਾਰ ਜੋ ਅੰਦਰ ਦੇ ਪਦਾਰਥ ਨਾਲ ਭਰਿਆ ਹੋਇਆ, ਅੰਤਰੀਵ ਬਖਸ਼ਿਸ਼ਾਂ ਜਿਹਦੇ ਪਾਸ ਹਨ, ਉਹ ਦਇਆ ਦੇ ਘਰ ਵਿੱਚ ਆ ਕੇ ਅੱਗੇ ਸੰਸਾਰ 'ਤੇ ਵਰਤਾਉਂਦਾ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਤਾਂ ਸਤਿਗੁਰੂ ਜੀ ਨੇ ਕਿਹਾ ਸੀ, ਪਾਪ ਗਰਾਸੀ ਪ੍ਰਿਥਵੀ ਧੌਲ ਖੜਾ, ਧਰ ਹੇਠ ਪੁਕਾਰਾ। ਔਰ ਜੋਗੀ ਗਿਆਨ ਵਿੱਚ ਸਿੱਧ ਛਪ ਬੈਠੇ, ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਬਾਝ ਗੁਰੂ ਡੁੱਬਾ ਜਗ ਸਾਰਾ। ਸਿੱਧੋ ਹੁਣ ਤੁਹਾਨੂੰ ਮਾਤ ਲੋਕ ਦੇ ਵਰਤਾਰੇ ਨਾਲ ਕੀ ਮਤਲਬ? ਤੁਸੀਂ ਤਾਂ ਛੱਡਾ ਕੇ ਆ ਗਏ। ਜੇ ਤੁਹਾਡੇ ਅੰਦਰ ਕੁਛ ਬੈਰਾਗ ਪੈਦਾ ਹੋਇਆ ਸੀ, ਸੰਸਾਰ ਨੂੰ ਮਿਥਿਆ ਸਮਝਿਆ, ਤਾਂ ਸੰਸਾਰ ਦੇ ਵਿੱਚ ਰਹਿਣਾ ਚਾਹੀਦਾ ਸੀ। ਆਪ ਗਿਆਨ ਦੀ ਪ੍ਰਾਪਤੀ ਕਰਕੇ ਅੱਗੇ ਗਿਆਨ ਨੂੰ ਵੰਡਦੇ। ਤੁਸੀਂ ਤਾਂ ਸਿੱਧ ਬਣ ਕੇ ਇੱਥੇ ਪਰਬਤਾਂ 'ਤੇ ਆ ਕੇ ਛੁਪ ਕੇ ਬਹਿ ਗਏ। ਤੁਹਾਡੇ ਜਿਹੜੇ ਚੇਲੇ ਹਨ
ਉਹ ਦਿਨੇ ਰਾਤ ਪਿੰਡਿਆਂ ਤੇ ਸਵਾਹ ਮਲਣੀ ਤੇ ਮੰਗ ਕੇ ਰੋਟੀ ਖਾਣ ਤੋਂ ਬਗੈਰ ਹੋਰ ਮਤਲਬ ਕੋਈ ਨਹੀਂ। ਤੇ ਜਗਤ ਦਾ ਭਲਾ ਕੌਣ ਕਰੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਪੂਰੇ ਗੁਰੂ ਤੋਂ ਬਗੈਰ ਵਿਰਾਗ ਤੇ ਗਿਆਨ ਦੇ ਨੇਤਰ ਜਿਸ ਦੇ ਖੁੱਲੇ ਹੋਣ, ਐਸਾ ਜੋ ਪੂਰਨ ਗੁਰੂ ਹੈ, ਉਸ ਤੋਂ ਬਗੈਰ ਜਗਤ ਸੜਦਾ ਪਿਆ। ਤੇ ਜਗਤ ਉੱਪਰ ਉਹੀ ਦਇਆ ਕਰਕੇ ਗਿਆਨ ਵੰਡ ਸਕਦਾ ਜਿਹਦੇ ਪਾਸ ਗਿਆਨ ਹੋਵੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜਿਹੜਾ ਨਿਰਾਵਰਨ ਗਿਆਨ ਹੈ ਉਹ ਸਾਡਾ ਭੋਜਨ ਹੈ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਕਹਿੰਦੇ ਬਾਹਰਲਾ ਭੋਜਨ ਨਹੀਂ ਛਕਣਾ ਚਾਹੀਦਾ, ਨਹੀਂ, ਤਨ ਦੀ ਖੁਰਾਕ ਭੋਜਨ ਹੈ। ਭੋਜਨ ਨਹੀਂ ਹੈ ਤੇ ਤਨ ਨਹੀਂ ਰਹੇਗਾ, ਇਹ ਵੀ ਜ਼ਰੂਰੀ ਹੈ। ਪਰ ਜੇ ਗਿਆਨ ਨਹੀਂ ਹੈ ਤਾਂ ਮਨ ਚੜ੍ਹਦੀ ਕਲਾ ਵਾਲਾ ਨਹੀਂ ਹੋਏਗਾ, ਮਨ ਰਸੀਆ ਨਹੀਂ ਹੋਏਗਾ ਔਰ ਆਤਮਾ ਤੱਕ ਨਹੀਂ ਪੁੱਜ ਸਕਦਾ। ਜਿਹੜਾ ਮਨ ਬਿਮਾਰ ਹੈ, ਜਿਹਨੂੰ ਖੁਰਾਕ ਨਹੀਂ ਮਿਲ ਰਹੀ ਗਿਆਨ ਦੀ, ਭੈੜੀ ਖੁਰਾਕ ਖਾ ਰਿਹਾ ਹੈ ਜਾਂ ਭੁੱਖਾ ਹੈ ਮਨ, ਉਹ ਵਿਕਾਰਾਂ ਵਿੱਚ ਖਚਤ ਹੁੰਦਾ। ਜੋ ਆਤਮ ਰਸ ਨਹੀਂ ਹੈ, ਨਾਮ ਦਾ ਰਸ ਨਹੀਂ, ਗਿਆਨ ਦਾ ਰਸ ਨਹੀਂ ਹੈ, ਉਹ ਮਨ ਮਾਨੋ ਕਿ ਰੋਗੀ ਹੈ ਔਰ ਵਿਕਾਰਾਂ ਦਾ ਰਸ ਉਹ ਲਏਗਾ, ਢਹਿੰਦੀ ਕਲਾ ਵਾਲਾ ਹੋਵੇਗਾ। ਇਸ ਪ੍ਰਕਾਰ ਜੇ ਤਨ ਦਾ ਭੋਜਨ ਨਹੀਂ ਤੇ ਫਿਰ ਜੀਵਿਆ ਨਹੀਂ ਜਾ ਸਕਦਾ। ਮਨ ਦੀ ਖੁਰਾਕ ਨਹੀਂ ਹੈ ਤੇ ਪ੍ਰਮਾਤਮਾ ਵਾਲੇ ਪਾਸੇ ਨਹੀਂ ਤੁਰਿਆ ਜਾ ਸਕਦਾ। ਤਨ ਦੀ ਖੁਰਾਕ ਨਹੀਂ ਤੇ ਸੰਸਾਰ ਨਹੀਂ, ਮਨ ਦੀ ਅਸਲੀ ਖੁਰਾਕ ਨਹੀਂ ਤੇ ਨਿਰੰਕਾਰ ਦਾ ਗਿਆਨ ਨਹੀਂ। ਇਸ ਪ੍ਰਕਾਰ ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਭੁੱਖਿਆਂ ਦਾ ਤੇਰੀ ਭਗਤੀ ਵੀ ਨਹੀਂ ਹੋ ਸਕਦੀ, ਇਹ ਫਿਰ ਮਾਲਾ ਆਪਣੀ ਸਾਂਭੇ ਸਾਨੂੰ ਭੁੱਖਿਆਂ ਰੱਖਣਾ। ਇਸ ਲਈ ਜੋ ਮਨ ਦੇ ਸੁਧਾਰ ਵਾਸਤੇ ਜ਼ਰੂਰੀ ਹੈ ਉਹ ਪਦਾਰਥ ਭੋਜਨ ਕਿਹਾ ਹੈ ਗਿਆਨ। ਤੇ ਹਿਰਦੇ 'ਚ ਦਇਆ ਹੋਣੀ, ਸ੍ਰਿਸ਼ਟੀ ਤੇ ਦਇਆ ਕਰਨੀ। ਸਤਿਗੁਰੂ ਨਾਨਕ ਦੇਵ ਮਹਾਰਾਜ ਇੱਕ ਵਾਰੀ ਸਿਆਲਕੋਟ ਸ਼ਹਿਰ ਗਏ ਤੇ ਸਿਆਲਕੋਟ ਸ਼ਹਿਰ ਦੇ ਲੋਕ ਰੱਖ ਰਹੇ ਸੀ ਗੱਡਿਆਂ ਤੇ ਆਪਣਾ ਸਮਾਨ ਤੇ ਨਗਰ ਛੱਡ ਕੇ ਚੱਲੇ। ਹਜ਼ੂਰ ਨੇ ਪੁੱਛ ਲਿਆ ਕੀ ਗੱਲ ਹੋਈ। ਕਹਿਣ ਲੱਗੇ ਜੀ ਇਸ ਸ਼ਹਿਰ ਦੇ ਬਾਹਰ ਉਹ ਦੂਰ ਝੁੱਗੀ ਝੌਂਪੜੀ ਆ, ਉੱਥੇ ਇੱਕ ਹਮਜਾ ਗੌਂਸ ਨਾਂ ਦਾ ਫਕੀਰ ਰਹਿੰਦਾ ਤੇ ਇਸ ਨਗਰ ਦੇ ਸ਼ਾਹੂਕਾਰ ਤੇ ਸ਼ਾਹੂਕਾਰਨੀ ਦੰਪਤੀ ਪਤੀ ਪਤਨੀ ਉਹਦੇ ਪਾਸ ਜਾਂਦੇ ਸੀ ਵੀ ਸਾਡੇ ਘਰ ਔਲਾਦ ਨਹੀਂ, ਕੋਈ ਬੱਚਾ ਬਖਸ਼ੋ। ਤਾਂ ਉਸ ਨੇ ਕਿਹਾ ਵੀ ਬੱਚਾ ਹੋ ਜਾਏਗਾ, ਪਰ ਇੱਕ ਸ਼ਰਤ ਆ ਕਿ ਜੇ ਬੱਚਾ ਤੁਹਾਡੇ ਕੋਲ ਹੋਇਆ ਤੇ ਤੁਸੀਂ ਮੇਰਾ ਚੇਲਾ ਬਣਾਓਗੇ, ਇੱਥੇ ਮੈਂ ਆਪਣੇ ਕੋਲ ਨੂੰ ਰੱਖਾਂਗਾ। ਇਹ ਕਹਿਣ ਲੱਗੇ ਜੀ ਠੀਕ ਹੈ। ਮਾਪਿਆਂ ਨੂੰ ਮੋਹ ਹੁੰਦਾ ਬੱਚਿਆਂ ਨਾਲ, ਲਾਲਸਾ ਹੁੰਦੀ ਹੈ ਧੀਆਂ ਪੁੱਤਰਾਂ ਦੀ। ਬੱਚਾ ਹੋਇਆ, ਕੁਝ ਵਰ੍ਹਿਆਂ ਦਾ ਹੋਇਆ, 2 4 5 ਸਾਲ ਦਾ, ਤੇ ਹਮਜਾ ਗੌਂਸ ਕਹਿਣ ਲੱਗਾ ਮੈਨੂੰ ਦੇ ਦਿਓ। ਹੁਣ ਉਹ ਬੱਚੇ ਨਾਲ ਮੋਹ ਪੈ ਗਿਆ ਸੀ, ਪਰਬਲ ਹੋਰ ਔਲਾਦ ਨਹੀਂ ਸੀ। ਉਹ ਕਹਿਣ ਲੱਗੇ ਧਨ ਦੌਲਤ ਜਿੰਨਾ ਕੁਛ ਤੁਸੀਂ ਕਹੋ ਅਸੀਂ ਤੁਹਾਨੂੰ ਦੇ ਸਕਦੇ ਹਾਂ, ਬੱਚਾ ਸਾਡੇ ਕੋਲ ਰਹਿਣ ਦਿਓ। ਉਹ ਕਹਿਣ ਲੱਗਾ ਕਿ ਤੁਸੀਂ ਆਪਣੇ ਬਚਨ ਤੋਂ ਮੁੱਕਰੇ ਹੋ, ਵਾਅਦਾ ਖਿਲਾਫੀ ਕੀਤੀ ਹੈ, ਇਸ ਕਰਕੇ ਇਸ ਪਿੰਡ ਦੇ ਲੋਕ ਹੀ ਸਾਰੇ ਮੈਂ ਅੱਗ ਲਾ ਕੇ ਸਾੜ ਦੇਣਾ। ਉਹ ਚਲੀਸਾ ਕਰਨ ਬੈਠਾ ਵੀ ਮੈਂ 40 ਦਿਨਾਂ 'ਚ ਮੰਤਰ ਦਾ ਜਾਪ ਕਰਕੇ ਤੇ ਸਾਰੇ ਪਿੰਡ ਨੂੰ ਸਿਆਲਕੋਟ ਨੂੰ ਅੱਗ ਲਾ ਕੇ ਸਾੜ ਦੇਣਾ। ਤਾਂ ਹਜ਼ੂਰ ਉੱਥੇ ਗਏ ਸਨ, ਨਗਰ ਨਿਵਾਸੀਆਂ ਨੂੰ ਧਰਵਾਸ ਦਿੱਤੀ ਕਿ ਕਿਤੇ ਜਾਣ ਦੀ ਲੋੜ ਨਹੀਂ। ਉਸ ਦਾ ਜਿਹੜਾ ਮੱਠ ਸੀ ਉਹਦੇ ਦਰਵਾਜ਼ੇ ਅੱਗੇ ਖਲੋ ਕੇ ਆਵਾਜ਼ਾਂ ਦਿੰਦੇ ਸੀ, ਉਹ ਦਰਵਾਜ਼ਾ ਨਹੀਂ ਸੀ ਖੋਲ੍ਹਦਾ। ਫਿਰ ਹਜ਼ੂਰ ਨੇ ਨਜ਼ਰ ਪਾਈ ਉਹਦੇ ਮੱਠ ਵੱਲ ਤੇ ਉਹਦੀ ਛੱਤ ਉੱਡ ਗਈ। ਫਿਰ ਬੜਾ ਅੱਗ ਬਗੋਲਾ ਹੋਇਆ, ਨੇਤਰ ਲਾਲ, ਦਰਵਾਜ਼ਾ ਖੋਲ੍ਹ ਕੇ ਕਹਿਣ ਲੱਗਾ ਕੌਣ ਹੋ ਤੁਸੀਂ, ਮੇਰੇ ਚਲੀਸੇ 'ਚ ਭੰਗਣਾ ਪਾਈ। ਤਾਂ ਹਜ਼ੂਰ ਕਹਿਣ ਲੱਗੇ ਕਿਉਂ ਐਸਾ ਕਰ ਰਿਹਾ ਸੀ, ਨਗਰ ਨਿਵਾਸੀਆਂ ਨੂੰ ਕਿਉਂ ਸਾੜਨਾ ਮਾਰਨਾ ਸੀ। ਕਹਿਣ ਲੱਗਾ ਇਹ ਬਚਨ ਦੇ ਬਲੀ ਨਹੀਂ, ਬਚਨ ਕਰਕੇ ਮੁੱਕਰ ਗਏ ਨੇ। ਮਹਾਰਾਜ ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਕਿ ਜੋ ਮੋਹ ਸੰਸਾਰੀਆਂ ਗ੍ਰਸਤੀਆਂ ਦੇ ਅੰਦਰ ਆਪਣੀ ਔਲਾਦ ਨਾਲ, ਤੈਨੂੰ ਬਗਾਨੇ ਪੁੱਤ ਨਾਲ ਕਿਉਂ ਮੋਹ ਹੈ। ਤੂੰ ਵੀ ਤਾਂ ਮੋਹ 'ਚ ਹੀ ਗਰਸਿਆ ਹੋਇਆ ਵੀ ਇਹ ਜਿਹੜਾ ਮੇਰਾ ਡੇਰਾ ਆਸ਼ਰਮ ਹੈ, ਇਹਦੇ ਵਾਸਤੇ ਮੇਰਾ ਚੇਲਾ ਚਾਹੀਦਾ ਅੱਗੇ ਚਲਾਉਣ ਲਈ। ਤੇਰਾ ਕੀ ਮਤਲਬ ਸੰਸਾਰ ਨਾਲ, ਜਦੋਂ ਫਕੀਰ ਬਣ ਗਿਆ ਤੇ ਫਿਰ ਇਹ ਪਕੜ ਜਕੜ ਕਾਹਦੀ। ਤੇ ਦੂਸਰਾ, ਜੇ ਪਰਮਾਰਥ ਦੇ ਰਾਹ ਤੇ ਚੱਲੀਏ ਤੇ ਸੰਸਾਰੀ ਲੋਕਾਂ ਤੇ ਦਇਆ ਚਾਹੀਦੀ ਹੈ। ਇਹ ਨਹੀਂ ਕਿ ਉਹਨਾਂ ਨੂੰ ਦੁੱਖ ਦੇਣ ਵਾਸਤੇ ਅਸੀਂ ਮੰਤਰਾਂ ਦਾ ਜਾਪ ਕਰੀਏ। ਜਾਪ ਕਰਨਾ ਵਾਹਿਗੁਰੂ ਦੇ ਨਾਮ ਦਾ ਚਾਹੀਦਾ, ਪਰ ਇੱਛਾ ਇਹ ਨਹੀਂ ਰੱਖਣੀ ਕਿ ਇਸ ਜਾਪ ਦੇ ਬਲ ਨਾਲ ਦੁਨੀਆ ਦਾ ਬੁਰਾ ਕਰੀਏ।
ਨਹੀਂ ਇਹ ਫਕੀਰਾਂ ਨੂੰ, ਸਾਧੂਆਂ ਨੂੰ, ਪਰਮਾਰਥੀ ਬੰਦਿਆਂ ਨੂੰ ਇਹ ਗੱਲ ਸੋਭਦੀ ਨਹੀਂ ਹੈ। ਇਸ ਪ੍ਰਕਾਰ ਸਤਿਗੁਰੂ ਸਿੱਖਿਆ ਦਿੰਦੇ ਨੇ ਕਿ ਦਇਆ ਵਾਲੀ ਬਿਰਤੀ ਜਿਹੜੀ ਇਹ ਸਾਡੀ ਭੰਡਾਰਨ ਹੈ। ਤੇ ਜਿਹੜਾ ਉਹ ਨਾਦ ਵਜਾਉਂਦੇ ਸੀ ਨਾ, ਸਿੰਘ ਵਰਗਾ ਨਾਦ, ਤੇ ਉਹਦਾ ਬਣਾਇਆ ਸਿੰਘ ਦਾ, ਉਹਦੇ ਬਾਰੇ ਹਜ਼ੂਰ ਕਹਿੰਦੇ ਨੇ ਕਿ ਨਾਦ ਤਾਂ ਸਿੱਧੋ ਘੜ ਘੜ ਹੀ ਵੱਜ ਰਹੇ ਨੇ। ਹਰੇਕ ਹਿਰਦੇ ਦੇ ਅੰਦਰ ਜਿਹੜੀ ਜੀਵਨ ਦੀ ਰੌ ਚੱਲ ਰਹੀ ਹੈ, ਜਾਂ ਅਨਹਦ ਨਾਦ ਹਨ ਜੋ ਸਾਨੂੰ ਨਹੀਂ ਸੁਣਦੇ ਸੰਸਾਰੀਆਂ ਨੂੰ, ਕਿਉਂਕਿ ਅਸੀਂ ਬਾਹਰ ਸੰਸਾਰ ਦੀਆਂ ਗੱਲਾਂ ਸੁਣ ਰਹੇ ਹਾਂ। ਸਾਡਾ ਮਨ ਸੰਸਾਰ ਦੇ ਅੰਦਰ ਹੈ ਤੇ ਅਨਹਦ ਨਾਦ ਜੋ ਪਰਮੇਸ਼ਰ ਦੇ ਨਾਮ ਦਾ ਵੱਜ ਰਿਹਾ ਹੈ। ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡ ਭਾਗੀ ਅਨਹਦ ਵੱਜਿਆ। ਉਹ ਨਾਦ ਸਭ ਘਟ ਘਟ ਦੇ ਅੰਦਰ ਹਿਰਦਿਆਂ ਦੇ ਅੰਦਰ ਵੱਜ ਰਹੇ ਹਨ ਸ਼ਾਦੀਆਨੇ। ਅਸੀਂ ਉਹ ਸੁਣਦੇ ਹਾਂ, ਔਰ ਜੋਗੀਆਂ ਨੂੰ ਉਹ ਸੁਣਨਾ ਚਾਹੀਦਾ। ਜਿਹੜੇ ਪਰਮੇਸ਼ਰ ਦੇ ਜੋਗੀ ਹਨ ਉਹਨਾਂ ਨੂੰ ਉਸ ਨਾਦ ਨੂੰ ਸੁਣਨ ਦਾ ਯਤਨ ਕਰਨਾ ਚਾਹੀਦਾ। ਆਪ ਨਾਥ ਨਾਥੀ ਸਭ ਜਾ ਕੀ। ਫਿਰ ਤੁਸੀਂ ਇੱਕ ਨਾਥ ਬਣਾ ਕੇ ਬਾਕੀ ਉਹਦੇ ਚੇਲੇ ਬਣਦੇ ਹੋ ਵੀ ਇਹ ਸਾਡਾ ਨਾਥ ਹੈ। ਹਜ਼ੂਰ ਕਹਿੰਦੇ ਵਾਹਿਗੁਰੂ ਆਪ ਪਰਮਾਤਮਾ ਹੀ ਸਾਡਾ ਨਾਥ ਹੈ। ਨਾਥੀ ਸਭ ਜਾ ਕੀ, ਜਿਸ ਪਰਮਾਤਮਾ ਦੀ ਨੱਥੀ ਹੋਈ ਸਾਰੀ ਸ੍ਰਿਸ਼ਟੀ ਹੈ। ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਪਰਮਾਤਮਾ ਦੀ ਰਜ਼ਾ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ। ਇਸ ਕਰਕੇ ਨਾਥ ਆਪ ਹੀ ਹੈ। ਸੋ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਜਿਸ ਦੀ ਨੱਥੀ ਹੋਈ ਹੈ, ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ, ਉਹੀ ਸਾਡਾ ਨਾਥ ਹੈ, ਜਿਹਦੇ ਹੁਕਮ ਦੀ ਸੱਤਾ ਸਾਰੇ ਵਰਤ ਰਹੀ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕਿਆ, ਜਿਉ ਭਾਵੈ ਤਿਵੈ ਬਖਸ਼। ਸਭ ਜੀਓ ਪਿੰਡ ਦੀਆ ਤੁਧੇ ਆਪੇ ਕਾਰੈ ਲਾਇਆ। ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਦੇ ਅਧੀਨ ਹੈ ਸਾਰੀ ਸ੍ਰਿਸ਼ਟੀ। ਉਹ ਆਪ ਹੀ ਨਾਥ ਦਾ ਅਰਥ ਹੈ ਮਾਲਕ, ਉਹ ਆਪ ਹੀ ਸਭ ਦਾ ਮਾਲਕ ਆ। ਫਿਰ ਜਿਹੜੀਆਂ ਚੀਜ਼ਾਂ 'ਚ ਸਿੱਧ ਫਸੇ ਹੋਏ ਸਨ, ਰਿੱਧੀ ਅੰਨ ਦੀ ਅਤੂਟਤਾ, ਸਿੱਧੀ 18 ਪ੍ਰਕਾਰ ਦੀ ਸ਼ਕਤੀ। ਸਿੱਧ ਦਾ ਅਰਥ ਹੈ ਸਿੱਧੀ, ਕਿਉਂਕਿ ਤਦ ਨੂੰ ਸਿਆਰੀ ਹੈ। ਰਿੱਧ ਦਾ ਅਰਥ ਵੀ ਰਿੱਧੀ ਹੈ। ਇਹ ਇਸਤਰੀ ਲਿੰਗ ਵਚਨ ਹਨ। ਔਰ ਇੱਕ ਨਿੱਧੀ ਹੁੰਦੀ ਹੈ 9 ਪ੍ਰਕਾਰ ਦੀ। ਸਾਰੇ ਖਜ਼ਾਨੇ ਇਹਨਾਂ ਦੇ ਨਾਮ ਵੀ ਵੱਖਰੇ ਵੱਖਰੇ। ਰਿੱਧੀ ਇੱਕ ਹੈ ਅੰਨ ਦੀ ਅਤੂਟਤਾ, ਜਿਸ ਦੇ ਤਾਈਂ ਇਹ ਸ਼ਕਤੀ ਪ੍ਰਾਪਤ ਹੋਵੇ। ਉਹ 5 ਸੇਰ ਅਨਾਜ ਪਕਾ ਕੇ ਪੜਦੇ ਅੰਦਰ ਰੱਖ ਦੇਵੇ ਤੇ ਉੱਥੋਂ ਫੜਫੜ ਵਰਤਾਈ ਜਾਏ, ਤੇ ਕਹਿੰਦੇ 8 ਦਿਨ ਨਹੀਂ ਮੁੱਕ ਸਕਦਾ। ਅਜਿਹੀਆਂ ਕਈ ਮਿਸਾਲਾਂ ਸਾਡੇ ਪੰਥ ਵਿੱਚ ਵੀ ਹਨ, ਪਰ ਐਮਰਜੈਂਸੀ ਦੌਰਾਨ ਲੋੜ ਅਨੁਸਾਰ ਰੱਬ ਦੇ ਪਿਆਰੇ ਜਿਹੜੇ ਨਾਮ ਸਿਮਰਨ ਸ਼ਬਦ ਦੇ ਆਸਰੇ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚੇ, ਉਹਨਾਂ ਨੇ ਇਹ ਚੀਜ਼ਾਂ ਵਿਖਾਈਆਂ ਨਹੀਂ ਸੰਸਾਰ ਨੂੰ, ਪਰ ਇਹ ਨਹੀਂ ਕਿ ਉਹਨਾਂ ਨੂੰ ਪ੍ਰਾਪਤ ਨਹੀਂ ਸੀ। ਜਿਵੇਂ ਬਾਬਾ ਵੀਰ ਸਿੰਘ ਨਰੰਗਾਬਾਦੀਏ, ਉਹਨਾਂ ਦਾ ਬਹੁਤ ਵੱਡਾ ਲੰਗਰ ਚੱਲਦਾ ਸੀ। ਕਹਿੰਦੇ 100 ਮਣ ਪੱਕਾ ਲੂਣ ਰੋਜ਼ ਲੰਗਰ 'ਚ ਪੈਂਦਾ ਸੀ। ਤਾਂ ਉਹਨਾਂ ਦੀ ਮਹਿਮਾ ਸੁਣ ਕੇ ਕੁਝ ਜੋਗੀ ਆਏ ਸਨ ਕਾਂਸ਼ੀ ਹਰਿਦੁਆਰ ਵੱਲੋਂ, ਤੇ ਉਹ ਲੰਗਰ 'ਚ ਬੈਠ ਕੇ ਸਭ ਕੁਝ ਮੁਕਾਈ ਜਾਣ, ਹਟਣੀ ਨਾ, ਛਕਦੇ ਰੱਜਣੀ ਨਾ। ਤਾਂ ਸੇਵਾਦਾਰ ਨੇ ਦੱਸਿਆ। ਫਿਰ ਬਾਬਾ ਜੀ ਨੇ ਅੱਧਾ ਪ੍ਰਸ਼ਾਦਾ ਉਹਨਾਂ ਨੂੰ ਆਪਣੀ ਹੱਥੀਂ ਵਰਤਾਇਆ, ਤੇ ਉਸ ਵੇਲੇ ਫਿਰ ਚਰਨਾਂ 'ਤੇ ਡਿੱਗ ਪਏ। ਕਹਿਣ ਲੱਗੇ ਜੋ ਕੁਝ ਸੁਣਿਆ ਸੀ ਤੁਹਾਡੇ ਬਾਰੇ ਅੱਜ ਵੇਖ ਲਿਆ। ਇਹ ਸਾਡੀ ਸ਼ਕਤੀ ਤੁਸਾਂ ਉੱਥੇ ਹੀ ਰੋਕ ਦਿੱਤੀ, ਜਿਹੜੀ ਅਸੀਂ ਵਰਤ ਰਹੇ ਸੀ ਨਾ ਵੀ ਭੋਜਨ ਮੁਕਾ ਦਈਏ, ਤੁਹਾਡੀ ਬਰਕਤ ਨੂੰ ਕੋਈ ਨਹੀਂ ਮੁਕਾ ਸਕਦਾ। ਇਸ ਪ੍ਰਕਾਰ ਇਹ ਰਿੱਧੀ ਅੰਨ ਦੀ ਤੋੜਤਾ, ਸਿੱਧੀ ਅਣੁਮਾ, ਲਘੁਮਾ, ਗਰਮਾ, ਮਹਿਮਾ, ਪ੍ਰਾਕਾਮੈ, ਦੂਰ ਸਰਵਣ, ਦੂਰ ਦ੍ਰਿਸ਼ਟ ਆਦਿਕ, ਇਹ 8 ਪ੍ਰਕਾਰ ਦੀਆਂ ਮੁੱਖ ਸਿੱਧੀਆਂ ਤੇ 10 ਗੌਣ ਸਿੱਧੀਆਂ। ਅਣੂ ਮਾਤਰ ਹੋ ਜਾਣਾ, ਨਿੱਕੇ ਜਿਹੇ ਬਣ ਜਾਣਾ, ਬਹੁਤ ਵੱਡੇ ਸਾਰੇ ਬਣ ਜਾਣਾ, ਬਹੁਤ ਹੌਲਾ ਜਿਹਾ ਸਰੀਰ ਕਰ ਲੈਣਾ, ਬਹੁਤ ਭਾਰਾ ਕਰ ਲੈਣਾ, ਤੇ ਉੱਡ ਕੇ ਦੂਰ ਕਿਤੇ ਪਹੁੰਚ ਜਾਣਾ, ਕਿਸੇ ਦੇ ਮਨ ਨੂੰ ਵਸ ਕਰ ਲੈਣ ਦੀ ਸਮਰੱਥਾ ਨਜ਼ਰ ਪਾ ਕੇ। ਔਰ ਇਸੇ ਪ੍ਰਕਾਰ ਆਪਣੀ ਸਵੈ ਛੰਦ ਮ੍ਰਿਤੂ, ਆਪਣੀ ਇੱਛਾ ਅਨੁਸਾਰ ਸਰੀਰ ਤਿਆਗਣਾ ਇਤਿਆਦਿਕ, ਤੇ ਦੂਰ ਦੀ ਗੱਲਬਾਤ ਸੁਣ ਲੈਣੀ, ਜਿਵੇਂ ਰੇਡੀਓ ਰਾਹੀਂ ਕੁਝ ਸੁਣੀਦਾ ਜਾਂ ਟੈਲੀਫੋਨ ਰਾਹੀਂ, ਤੇ ਦੂਰ ਦ੍ਰਿਸ਼ਟ, ਦੂਰ ਕਿਤੇ ਕੀ ਕੁਛ ਹੋ ਰਿਹਾ ਹੈ ਇੱਥੇ ਬੈਠਿਆਂ ਵੇਖ ਲੈਣਾ ਇਤਿਆਦਿਕ। ਹਜ਼ੂਰ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਇਹ ਹੋਰਨਾਂ ਦਾ ਸਵਾਦ ਹੈ, ਭਗਤਾਂ ਦਾ ਸਵਾਦ ਨਹੀਂ।
ਪਰਮਾਰਥੀ ਲੋਕਾਂ ਦਾ ਇਹ ਸਵਾਦ ਨਹੀਂ ਹੈ ਰਿੱਧੀਆਂ ਸਿੱਧੀਆਂ 'ਚ ਫਸਣਾ। ਇਹ ਤਾਂ ਇੱਕ ਮਾਇਆ ਹੈ। ਜਿਵੇਂ ਸੰਸਾਰੀ ਲੋਕ ਮਾਇਕੀ ਝਮੇਲਿਆਂ 'ਚ ਫਸੇ ਹੋਏ ਨੇ, ਜਿਵੇਂ ਬਾਹਰੀ ਟੈਕਨੋਲੋਜੀ ਦੁਆਰਾ ਲੋਕਾਂ ਨੇ ਜਹਾਜ਼ਾਂ ਰਾਹੀਂ ਉੱਡ ਕੇ ਦੂਰ ਚਲੇ ਜਾਂਦੇ ਨੇ, ਇਤਿਆਦਿਕ ਕਿਸੇ ਦੀ ਗੱਲ ਰਿਕਾਰਡ ਕਰ ਲੈਂਦੇ ਨੇ, ਕਿਸੇ ਨੂੰ ਵੀਡੀਓ ਰਾਹੀਂ ਫਿਲਮਾ ਲੈਣਾ, ਉਹਦੇ 'ਚ ਕੈਦ ਕਰ ਲੈਣਾ, ਇਹ ਚੀਜ਼ਾਂ ਟੈਕਨੋਲੋਜੀ ਵਿੱਚ ਵੀ ਹਨ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇਹ ਰਿੱਧੀ ਸਿੱਧੀ ਇੱਕ ਮਾਇਆ ਹੈ ਅਤੇ ਇਹ ਹੋਰਾਂ ਦਾ ਸਵਾਦ ਹੈ, ਹੋਰਾਂ ਓਪਰਾ ਸਵਾਦ ਹੈ। ਇਹ ਭਗਤਾਂ ਦਾ ਨਹੀਂ, ਪਰਮਾਰਥੀ ਲੋਕਾਂ ਦਾ ਇਹ ਸਵਾਦ ਨਹੀਂ, ਇਹਦੇ 'ਚ ਫਸ ਜਾਣਾ। ਜਿਵੇਂ 6ਵੇਂ ਪਾਤਸ਼ਾਹ ਦੇ ਸਿੱਖ ਸਨ ਭਾਈ ਗੜੀਆ ਜੀ, ਕਸ਼ਮੀਰ ਤੋਂ ਸੰਗਤ ਆਈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਸ਼ਮੀਰ ਵਿੱਚ ਵੀ ਚਰਨ ਪਾਓ ਅਤੇ ਸਿੱਖੀ ਦ੍ਰਿੜ ਕਰਾਓ। ਹਜ਼ੂਰ ਕਹਿਣ ਲੱਗੇ ਭਾਈ ਗੜੀਆ ਸਾਡਾ ਹੀ ਰੂਪ ਹੈ ਬ੍ਰਹਮ ਗਿਆਨੀ, ਇਹ ਤੁਹਾਡੇ ਨਾਲ ਜਾਣਗੇ। ਰਸਤੇ 'ਚ ਗੁਜਰਾਤ ਵਿਖੇ ਸੰਗਤ ਨੇ ਬੇਨਤੀ ਕਰਕੇ ਰੋਕ ਲਿਆ। ਉੱਥੇ ਭਾਈ ਸਾਹਿਬ ਨੇ ਹਫ਼ਤਾ ਭਰ ਪ੍ਰਚਾਰ ਕੀਤਾ, ਗੁਰਮਤਿ ਗੁਰਸਿੱਖੀ ਦ੍ਰਿੜ ਕਰਾਈ। ਅਤੇ ਉੱਥੇ ਮੀਆਂ ਦੌਲਾ ਫਕੀਰ ਸੀ ਜਿਹੜਾ ਇਹਨਾਂ ਰਿੱਧੀਆਂ ਸਿੱਧੀਆਂ 'ਚ ਫਸਿਆ ਹੋਇਆ ਸੀ। ਉਹ ਭਾਈ ਸਾਹਿਬ ਦੇ ਨਾਲ ਤੁਰ ਪਿਆ, ਕਹਿਣ ਲੱਗਾ ਜੇ ਤੁਹਾਨੂੰ ਸੁਖਮਨੀ ਸਾਹਿਬ ਪਾਠ ਜ਼ਬਾਨੀ ਯਾਦ ਆ ਤਾਂ ਮੈਨੂੰ ਸੁਣਾਓ। ਭਾਈ ਸਾਹਿਬ ਸੁਣਾਉਂਦੇ ਜਾ ਰਹੇ ਸੀ ਅਤੇ ਭਾਈ ਸਾਹਿਬ ਦਾ ਜੋੜਾ ਟੁੱਟਾ ਹੋਇਆ ਸੀ ਪਹਿਲਾਂ, ਜਾਂ ਟੁੱਟ ਗਿਆ ਅਤੇ ਉੱਡ ਉੱਡ ਕੇ ਧੂੜ ਪਿੰਜਣੀਆਂ ਅਤੇ ਕੱਪੜਿਆਂ 'ਤੇ ਪੈ ਰਹੀ ਸੀ। ਮੀਆਂ ਦੌਲਾ ਨੇ ਮਨ 'ਚ ਫੁਰਨਾ ਕੀਤਾ ਕਿ ਮੈਂ ਆਪਣੀ ਮਾਨਸਿਕ ਸ਼ਕਤੀ ਨਾਲ ਇਹਦੇ ਅਗਲੇ ਪਾਸੇ ਜੋੜਾ ਰੱਖ ਦੇਣਾ ਅਤੇ ਭਾਈ ਸਾਹਿਬ ਨੂੰ ਕਹਾਂਗਾ ਪਾ ਲਾ। ਅਤੇ ਨਾਲੇ ਸ਼ੰਕਾ ਮਨ 'ਚ ਆਈ ਵੀ ਕਹਿੰਦੇ ਬੜਾ ਵੱਡਾ ਮਹਾਨ ਗੁਰਸਿੱਖ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਜਿਹਦੇ ਕੋਲ ਸ਼ਕਤੀ ਹੁੰਦੀ ਤਾਂ ਜੋੜਾ ਤਾਂ ਨਵਾਂ ਹੁੰਦਾ, ਪਾਇਆ ਜੋੜਾ ਟੁੱਟਾ ਹੋਇਆ, ਇੰਨੀ ਗਰੀਬੀ, ਮਤਲਬ ਕੁਛ ਨਹੀਂ, ਸ਼ਕਤੀ ਨਹੀਂ ਹੈ। ਤਾਂ ਜਦੋਂ ਫੁਰਨਾ ਕੀਤਾ ਤਾਂ ਭਾਈ ਗੜੀਆ ਜੀ ਨੇ ਮੀਆਂ ਦੌਲਾ ਦੀ ਬਾਂਹ ਫੜ ਲਈ। ਕਹਿਣ ਲੱਗੇ ਫਕੀਰਾ ਇਹ ਕੀ ਕਰਨ ਲੱਗਾ? ਕਹਿਣ ਲੱਗਾ ਕੁਛ ਨਹੀਂ। ਕਹਿੰਦੇ ਜਰਾ ਵੇਖ ਉੱਧਰ ਨੂੰ। ਅੱਗੇ ਥੇ ਅਸੀਂ ਇੱਕ ਮਿੱਟੀ ਦਾ ਥੇ, ਉਸ ਥੇ ਦੀ ਸਾਰੀ ਮਿੱਟੀ ਸੋਨਾ ਬਣ ਕੇ ਚਮਕਣ ਲੱਗ ਪਈ ਅਤੇ ਜਿਹੜੇ ਕੰਕਰ ਠੀਕਰਾਂ ਰੋਡ ਸੀ ਉਹ ਹੀਰੇ ਲਾਲ ਜਵਾਹਰਾਤ ਬਣ ਕੇ ਭਾਈ ਸਾਹਿਬ ਨੇ ਵਿਖਾਤੇ ਮੀਆਂ ਦੌਲਾ ਨੂੰ। ਅਤੇ ਫਿਰ ਚਰਨਾਂ 'ਤੇ ਡਿੱਗ ਪਿਆ ਮੀਆਂ ਦੌਲਾ, ਕਹਿਣ ਲੱਗਾ ਗੁਰਸਿੱਖਾ ਇੰਨੀ ਸ਼ਕਤੀ ਅਤੇ ਛਪਾਈ ਹੋਏ ਅਤੇ ਇੰਨੀ ਗਰੀਬੀ, ਜੋੜਾ ਵੀ ਟੁੱਟਾ ਹੋਇਆ, ਧੂੜ ਉੱਡ ਕੇ ਪੈ ਰਹੀ ਹੈ। ਤਾਂ ਉਸ ਵੇਲੇ ਭਾਈ ਗੜੀਆ ਜੀ ਨੇ ਕਿਹਾ ਸੀ ਮੀਆਂ ਦੌਲਾ ਗੁਰੂ ਸਾਹਿਬ ਜੀ ਨੇ ਆਪਣੇ ਸੇਵਕਾਂ ਤੋਂ ਕੁਝ ਛੁਪਾਇਆ ਨਹੀਂ। ਗੁਰੂ ਘਰ ਦੇ ਅਤੇ ਕੁੱਤਿਆਂ ਵਿੱਚ ਵੀ ਤਾਕਤ ਹੁੰਦੀ ਆ, ਪਰ ਸਤਿਗੁਰੂ ਜੀ ਦੀ ਸਾਨੂੰ ਹਦਾਇਤ ਹੈ ਕਿ ਇਹ ਆਤਮਿਕ ਸ਼ਕਤੀ ਇਹ ਲੋਕਾਂ ਨੂੰ ਵਿਖਾਈ ਦੀ ਨਹੀਂ। ਇਹ ਵਿਖਾਉਣ ਨਾਲ ਆਪਣੇ ਸਰੀਰ ਦੀ ਪੂਜਾ ਹੋਣ ਲੱਗ ਪੈਂਦੀ ਹੈ। ਨਾ ਲੋਕਾਂ ਨੂੰ ਲਾਭ ਹੈ ਸਰੀਰ ਦੀ ਪੂਜਾ ਕਰਨ ਦਾ ਅਤੇ ਨਾ ਆਪਣੀ ਪੂਜਾ ਕਰਾਉਣ ਦਾ ਕੋਈ ਲਾਭ ਹੈ। ਅਸੀਂ ਆਪਣੀ ਪੂਜਾ ਕਰਾਉਣ ਨਹੀਂ ਆਏ, ਅਸੀਂ ਤਾਂ ਵਾਹਿਗੁਰੂ ਦੇ ਚਰਨੀ ਲਾਉਣ ਆਏ ਹਾਂ ਸੰਸਾਰ ਦੇ ਜੀਆਂ ਨੂੰ। ਇਹ ਸਤਿਗੁਰੂ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ। ਸਮੇਂ ਸਮੇਂ 'ਤੇ ਇੰਝ ਵਰਜਦੇ ਰਹੇ ਆ ਸਤਿਗੁਰੂ ਮਹਾਰਾਜ। ਬਾਬਾ ਅਟੱਲ ਜੀ ਨੇ ਉਹ ਮਰਿਆ ਮੋਹਣ ਮੁੰਡਾ ਜਿਉਂਦਾ ਕਰਦਾ ਸੀ ਤਾਂ ਹਜ਼ੂਰ ਨੇ ਕਿਹਾ ਸੀ ਜਾਂ ਤੁਸੀਂ ਸਰੀਰ ਛੱਡੋ ਜਾਂ ਅਸੀਂ ਛੱਡਦੇ ਹਾਂ। ਤਾਂ ਬਾਬਾ ਅਟੱਲ ਜੀ ਨੇ ਸਰੀਰ ਤਿਆਗ ਦਿੱਤਾ। ਬਾਬਾ ਗੁਰਦਿੱਤਾ ਜੀ ਨੇ ਮਰੀ ਗਊ ਜਿਉਂਦੀ ਕੀਤੀ ਸੀ ਤਾਂ ਹਜ਼ੂਰ ਦੇ ਕਹਿਣ 'ਤੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ। ਇਤਿਆਦਿਕ ਇਸ ਪ੍ਰਕਾਰ ਇਹ ਸ਼ਕਤੀਆਂ ਤਾਂ ਹਨ ਔਰ ਨਾਮ ਸਿਮਰਨ ਦੁਆਰਾ ਮਾਨਸਿਕ ਇਕਾਗਰਤਾ ਦੁਆਰਾ ਇਹ ਸੁਤੇ ਸਿੱਧੀ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਸੰਸਾਰ ਦੇ ਭਲੇ ਵਾਸਤੇ ਗੁਪਤ ਢੰਗ ਨਾਲ ਗੁਰਮੁਖ ਕਈ ਵਾਰੀ ਵਰਤਦੇ ਨੇ ਪਰ ਵਿਖਾਉਂਦੇ ਨਹੀਂ, ਆਪਣੀ ਪੂਜਾ ਕਰਾਉਣ ਲਈ ਕਦੇ ਨਹੀਂ ਵਰਤਦੇ। ਇਹ ਹੋਰਨਾਂ ਦਾ ਸਵਾਦ। ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ। ਇਹ ਸਿੱਧ ਸਿੰਦੇ ਕਹਿੰਦੇ ਸੀ ਵੀ ਸਾਡਾ ਸਾਰਾ ਕਾਰੋਬਾਰ ਚਲਾਉਣ ਲਈ ਅਸੀਂ ਕੁਠਾਰੀ ਭੰਡਾਰੀ ਆਦਿਕ ਰੱਖੇ ਹੋਏ ਨੇ ਅਤੇ ਉਸ ਕੰਮ ਸਾਰਾ ਚਲਾਉਂਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਸੰਸਾਰ ਦਾ ਕੰਮ ਦੋ ਚੀਜ਼ਾਂ ਚਲਾ ਰਹੀਆਂ। ਇੱਕ ਸੰਯੋਗ ਸੱਤਾ ਹੈ ਵਾਹਿਗੁਰੂ ਜੀ ਦੀ, ਜਿਹਦੇ ਰਾਹੀਂ ਸਾਡਾ ਸਾਰਿਆਂ ਦਾ ਆਪਸ ਵਿੱਚ ਮਿਲਾਪ ਹੁੰਦਾ। ਜਿਵੇਂ ਸਤਿਗੁਰੂ ਜੀ ਨੇ ਕਿਹਾ ਹੈ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਜਿਸ ਪਰਿਵਾਰ ਨਾਲ ਸਾਡਾ ਸੰਬੰਧ ਬਣਿਆ ਜਾਂ ਦੋਸਤ ਮਿੱਤਰ ਸੱਜਣ ਜਿਹੜੇ ਸਾਡੇ ਬਣਦੇ ਨੇ ਉਹ ਤਾਂ ਬਣਦੇ ਨੇ ਕਿਉਂਕਿ ਪਹਿਲਾਂ ਸੀਗੇ, ਪਹਿਲਾਂ ਮਿਲੇ ਹੋਏ ਸੀ ਤਾਂ ਹੁਣ ਫਿਰ ਮਿਲੇ ਨੇ। ਫਿਰ ਜਿਸ ਵੇਲੇ ਪ੍ਰਮਾਤਮਾ ਦੀ ਵਿਯੋਗ ਸੱਤਾ ਵਾਪਰੇਗੀ ਸਾਡਾ ਇਹਨਾਂ ਨਾਲੋਂ ਵਿਯੋਗ ਵਿਛੋੜਾ ਪੈ ਜਾਏਗਾ। ਪਦਾਰਥ ਵੀ
ਸਾਡੇ ਕਰਮਾਂ ਅਨੁਸਾਰ ਪ੍ਰਮਾਤਮਾ ਨੇ ਮਸਤਕ ਤੇ ਸੰਜੋਗ ਲਿਖੇ ਨੇ, ਲਿਖਦਾਤ ਜੋਤ ਵਡਿਆਈ। ਪ੍ਰਮਾਤਮਾ ਦੀ ਸੰਜੋਗ ਸੱਤਾ ਰਾਹੀਂ ਉਹ ਪਦਾਰਥ ਵੀ ਸਾਨੂੰ ਮਿਲਣਗੇ, ਵਿਜੋਗ ਸੱਤਾ ਰਾਹੀਂ ਵਿਛੋੜਾ ਪੈ ਜਾਏਗਾ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਸੰਜੋਗ ਤੇ ਵਿਜੋਗ ਪਰਮਾਤਮਾ ਵੱਲੋਂ ਰਚੇ ਹੋਏ ਇਹ ਦੋ ਸਾਰੀ ਕਾਰ ਨੂੰ ਇਹ ਦੋਵੇਂ ਚਲਾ ਰਹੇ ਨੇ। ਲੇਖੇ ਆਵਹਿ ਭਾਗ, ਭਾਗ ਦਾ ਅਰਥ ਹੈ ਸ਼ਾਨਦਾ ਹਿੱਸਾ। ਜੋ ਜੋ ਕਿਸੇ ਦੇ ਭਾਗ ਹਿੱਸੇ ਵਿੱਚ ਹੈ ਉਹ ਮਿਲ ਜਾਂਦਾ ਹੈ। ਸੋ ਇਸ ਪ੍ਰਕਾਰ ਲੇਖੇ ਅਨੁਸਾਰ ਜੋ ਕੁਝ ਲਿਖਤ ਵਿੱਚ ਹੈ, ਮਸਤਕ ਲਿਖਿਆੜਾ ਲੇਖ ਪ੍ਰਭ ਕਮਾਇਆ ਜੀਓ, ਉਸ ਲੇਖੇ ਦੇ ਅਨੁਸਾਰ ਆਉਂਦੇ ਹਨ ਸਾਰੇ ਭਾਗ ਛਾਂਦੇ ਸਾਰੇ ਜੀਆਂ ਦੇ ਪਾਸ। ਇਹਨਾਂ ਨੂੰ ਆਪੋ ਆਪਣੇ ਭਾਗ ਨਸੀਬ ਦਾ ਹਿੱਸਾ ਮਿਲਦਾ ਹੈ। ਆਦੇਸ਼ ਤਿਸ ਆਦੇਸ਼, ਨਮਸਕਾਰ ਹੈ ਤਿਸ ਵਾਹਿਗੁਰੂ ਜੀ ਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਜਿਹੜਾ ਸਾਰੀ ਸ੍ਰਿਸ਼ਟੀ ਦਾ ਆਦ ਮੁੱਢ ਰੂਪ ਹੈ। ਅਨੀਲ ਧੱਬਿਆਂ ਤੋਂ ਰਹਿਤ ਹੈ, ਨੀਲ ਗਿਣਤੀ ਤੋਂ ਰਹਿਤ ਵੀ ਹੈ। ਅਨੀਲ ਨੀਲ ਇੱਕ ਗਿਣਤੀ ਹੈ। ਅਰਬ ਖਰਬ ਨੀਲ ਪਦਮ ਸੰਖ, ਇਸ ਤਰ੍ਹਾਂ ਇਹ ਵੀ ਅਰਥ ਕਰਦੇ ਨੇ, ਪਰ ਮੁੱਖ ਅਰਥ ਹੈ ਕਲੰਕਾਂ ਤੋਂ ਰਹਿਤ ਹੈ। ਅਨਾਦ ਜਿਸ ਦਾ ਕੋਈ ਮੁੱਢ ਨਹੀਂ, ਜੇ ਮੁੱਢ ਹੋਵੇ ਫਿਰ ਅੰਤ ਵੀ ਹੁੰਦਾ, ਤੇ ਨਾ ਉਸ ਦਾ ਮੁੱਢ ਹੈ। ਅਨਾਹਤ ਜੋ ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਹਰੇਕ ਯੁਗ ਯੁਗ ਜ਼ਮਾਨੇ ਅੰਦਰ, ਹਰੇਕ ਯੁਗ ਸਮੇਂ ਅੰਦਰ ਪਰਮਾਤਮਾ ਦਾ ਇੱਕੋ ਹੀ ਵੇਸ ਸਰੂਪ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਬਚਨ ਫਰਮਾ ਰਹੇ ਨੇ। ਹਿੰਦੁਸਤਾਨ ਦੇ ਅੰਦਰ ਇਹ ਪ੍ਰਚਲਿਤ ਹੈ ਕਿ ਪਰਮਾਤਮਾ ਨੇ 3 ਦੇਵਤੇ ਪਹਿਲਾਂ ਰਚੇ। ਮੁੱਖ ਦੇਵਤੇ ਸਨਾਤਨ ਮਤ ਦੇ ਅੰਦਰ 3 ਮੰਨੇ ਗਏ ਨੇ। ਇੱਕ ਬ੍ਰਹਮਾ ਕਹਿੰਦੇ ਜੋ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਦੂਸਰਾ ਹੈ ਵਿਸ਼ਨੂੰ ਜੋ ਸੰਸਾਰ ਦਾ ਰਿਜ਼ਕ ਦਾਤਾ ਮੰਨਿਆ ਗਿਆ। ਤੇ ਤੀਸਰਾ ਹੈ ਸ਼ਿਵ ਜਿਹਨੂੰ ਲੈਤਾ ਕਰਨ ਦੀ ਡਿਊਟੀ ਪ੍ਰਮਾਤਮਾ ਵੱਲੋਂ ਮਿਲੀ ਹੈ, ਸੰਸਾਰ ਨੂੰ ਨਾਸ ਕਰਨਾ, ਮਾਰਨਾ। ਸਿਆਣੇ ਸੱਜਣ ਇਹ ਵੀ ਅੰਦਾਜ਼ਾ ਲਾਉਂਦੇ ਨੇ ਕਿ ਹੋ ਸਕਦਾ ਕਿ ਪੁਰਾਤਨ ਸਮੇਂ ਦੇ ਕੁਝ ਲੋਕਾਂ ਨੇ ਐਸਾ ਖਿਆਲ ਕੀਤਾ ਹੋਵੇ ਵੀ ਜਿਹੜਾ ਆਪ ਪੈਦਾ ਕਰਨ ਵਾਲਾ ਜਾਂ ਪਾਲਣ ਵਾਲਾ ਉਹ ਮਾਰ ਨਹੀਂ ਸਕਦਾ, ਤੇ ਤਾਂ ਐਸੀ ਧਾਰਨਾ ਬਣਾ ਲਈ ਹੋਵੇ ਵੀ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਾਲਣ ਕਰਨ ਵਾਲਾ ਪਰਵਰਿਸ਼ ਕਰਨ ਵਾਲਾ ਕੋਈ ਹੋਰ ਹੈ, ਤੇ ਸਰੀਰਾਂ ਦਾ ਨਾਸ ਕਰਨ ਵਾਲਾ ਜਗਤ ਨੂੰ ਖਤਮ ਕਰਨ ਵਾਲਾ ਕੋਈ ਹੋਰ ਹੈ। ਐਸਾ ਵੀ ਕਿਹਾ ਜਾਂਦਾ ਹੈ। ਪਰ ਹਿੰਦੁਸਤਾਨ ਦੇ ਜਿਹੜੇ ਗ੍ਰੰਥ ਨੇ, ਭਾਰਤੀ ਪਰੰਪਰਾ ਇਹਦੇ 'ਚ ਲਿਖਿਆ ਹੋਇਆ ਵੀ ਇਹ 3 ਨੇ, ਪਰ ਸਤਿਗੁਰੂ ਮਹਾਰਾਜ ਇੰਜ ਦੱਸ ਰਹੇ ਨੇ। ਏਕਾ ਮਾਈ ਹੇ ਸਿੱਧੋ, ਇੱਕ ਹੀ ਮਾਈ ਮਾਇਆ, ਮਾਈ ਮਾਇਆ ਤ੍ਰੈ ਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ। ਇਹ ਗੁਰੂ ਮਹਾਰਾਜ ਦੇ ਬਚਨ ਨੇ। ਮਾਈ ਮਾਇਆ ਹੈ, ਇੱਕੋ ਹੀ ਮਾਇਆ ਮਾਈ ਬਣੀ। ਜੁਗਤ ਵਿਆਈ, ਜੁਗਤੀ ਨਾਲ ਵਿਆਈ ਪ੍ਰਸੂਤ ਨੂੰ ਪ੍ਰਾਪਤ ਹੋਈ। ਭਾਵ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਮਾਇਆ ਰਚੀ ਤੇ ਮਾਇਆ ਵਿੱਚ ਆਪਣਾ ਪ੍ਰਤੀਬਿੰਬ ਪਾਇਆ। ਇਹਨੂੰ ਕਹਿੰਦੇ ਨੇ ਕਲਪ ਤਦਾਤਮ ਸੰਬੰਧ। ਜੇ ਵਾਹਿਗੁਰੂ ਆਪਣੀ ਸੱਤਾ ਨਾ ਪਾਉਂਦਾ ਤੇ ਮਾਇਆ ਹਰਕਤ ਵਿੱਚ ਨਹੀਂ ਸੀ ਆ ਸਕਦੀ। ਪਰਮਾਤਮਾ ਦੀ ਅੰਸ਼ ਵੀ ਇਸ ਸੰਸਾਰ ਦੇ ਅੰਦਰ ਹੈ, ਤਾਂ ਹੀ ਇਹ ਸੰਸਾਰ ਚੱਲ ਰਿਹਾ ਹੈ। ਜੇ ਵਾਹਿਗੁਰੂ ਦੀ ਜੋਤ ਨਾ ਹੋਵੇ ਤੇ ਸੰਸਾਰ ਜੜ ਹੈ। ਮਾਇਆ ਯਾਨੀ ਕਿ ਜੜ ਸੀ, ਤੇ ਵਾਹਿਗੁਰੂ ਨੇ ਇਹਦੇ ਨਾਲ ਆਪਣਾ ਸੰਬੰਧ ਬਣਾਇਆ। ਕਲਪ ਦਦਾਤਮ ਸੰਬੰਧ ਦੁਆਰਾ ਇਹ ਵਿਆਈ ਪ੍ਰਸੂਤ ਨੂੰ ਪ੍ਰਾਪਤ ਹੋਈ। ਜਨਨ ਕਿਰਿਆ ਇਹਨੇ ਕੀਤੀ। 3 ਚੇਲੇ ਪ੍ਰਵਾਨ, ਉਂਝ ਤਾਂ 3 ਸ਼ਬਦ ਹੁੰਦਾ ਤੱਤੇ ਤੇ ਟਿੱਪੀ ਹੋਏ। ਸਾਡਾ ਪੰਜਾਬੀ ਵਿੱਚ ਜਿਹੜਾ ਅਸੀਂ 3 ਬੋਲਦੇ ਹਾਂ, ਹਿੰਦੀ 'ਚ ਹੁੰਦਾ 3। ਤੇ ਇਸ ਵਾਸਤੇ ਵਿਦਵਾਨਾਂ ਨੇ ਇੱਥੇ ਵੀ ਅਰਥ ਇਹ ਸਮਝਿਆ ਕਿ ਗੁਰੂ ਮਹਾਰਾਜ ਨੇ ਹਿੰਦੀ ਵਾਲੇ 3 ਨੂੰ 3 ਲਿਖਿਆ, ਤੱਤੇ ਨੂੰ ਸਿਆਰੀ ਤੇ ਨੰਨੇ ਨੂੰ ਸਿਆਰੀ। ਉਸ ਤੇ 3 ਚੇਲੇ, ਜਿਹੜੇ 3 ਚੇਲੇ ਪ੍ਰਵਾਨਿਕ ਹੋਏ, ਮੰਨੇ ਗਏ। ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ ਤੇ ਇੱਕ ਲਾਏ ਦੀ ਬਾਣ। ਇੱਕ ਨੂੰ ਲੈਤਾ ਕਰਨ ਦੀ ਬਾਣ ਆਦਤ ਪਈ ਹੈ। ਇਹ ਟਕਸਾਲੀ ਪਾਠ ਹੈ। ਇੱਕ ਲਾਏ ਦੀ ਬਾਣ, ਬਾਣ ਤੇ ਦੀ ਨੂੰ ਵੱਖਰਾ ਕਰਕੇ ਬੋਲਣਾ। ਲੈਤਾ ਕਰਨ ਦੀ ਬਾਣ ਆਦਤ ਹੈ ਜਿਸ ਨੂੰ, ਸੰਸਾਰ ਨੂੰ ਖਤਮ ਕਰਨ ਦੀ ਆਦਤ। ਇੰਜ ਵੀ ਅਰਥ ਕੀਤੇ ਜਾਂਦੇ ਨੇ ਭਈ ਅਸਲ ਵਿੱਚ ਇਹ 3 ਦੇਵਤੇ ਨਹੀਂ, ਰਜੋ ਸਤੋ ਤੇ ਤਮੋ ਗੁਣ।
ਮਾਇਆ ਤੋਂ ਤਿੰਨ ਸੁਭਾਅ ਬਣੇ। ਰਜੋਗੁਣ ਜਿਹੜਾ ਉਹਦੇ ਦੁਆਰਾ ਪਦੈਸ਼ ਹੁੰਦੀ ਹੈ, ਜੀਆਂ ਦੀ ਪਦੈਸ਼ ਹੁੰਦੀ। ਸਤੋਗੁਣ ਦੁਆਰਾ ਪਰਵਰਿਸ਼ ਹੋ ਰਹੀ ਹੈ ਤੇ ਤਮੋਗੁਣ ਦੁਆਰਾ ਖੈ ਹੋ ਰਿਹਾ, ਨਾਸ ਹੋ ਰਿਹਾ ਜਗਤ ਦਾ। ਸੋ ਇਸ ਪ੍ਰਕਾਰ ਇੱਕ ਡਿਊਟੀ ਇੱਕ ਦੀ ਹੈ ਲੈਤਾ ਕਰਨ ਦੀ ਬਾਣ। ਜਿਹੜਾ ਦੂਜਾ ਪਾਠ ਹੈ ਦੂਸਰੇ ਤਰੀਕੇ ਨਾਲ ਦੀਵਾਨ ਦਾ ਅਰਥ ਹੈ ਦਰਬਾਰ ਲਾਉਂਦਾ। ਜਿਹੜਾ ਸ਼ਿਵ ਹੈ ਜਾਂ ਤਮੋਗੁਣ ਹੈ ਉਹ ਦਰਬਾਰ ਲਾਉਂਦਾ। ਅੰਤ ਨੂੰ ਜੀਆਂ ਦੇ ਕਰਮਾਂ ਦਾ ਹਿਸਾਬ ਕਿਤਾਬ ਲਾਇਆ ਜਾਂਦਾ ਤੇ ਉਮਰ ਪੂਰੀ ਹੋਣ ਤੇ ਉਹ ਨਾਸ ਕਰਦਾ। ਸੋ ਜਿਵ ਤਿਸ ਭਾਵੈ ਤਿਵੈ ਚਲਾਵੈ। ਹਜ਼ੂਰ ਕਹਿੰਦੇ ਨੇ ਵੀ ਪ੍ਰਮਾਤਮਾ ਅਕਾਲ ਪੁਰਖ ਨੂੰ ਜਿਵੇਂ ਪਾਉਂਦਾ ਉਸ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਚਲਾਉਂਦਾ। ਜਿਵ ਹੋਵੈ ਫੁਰਮਾਨ, ਜਿਸ ਤਰ੍ਹਾਂ ਉਸ ਪ੍ਰਮਾਤਮਾ ਦਾ ਫੁਰਮਾਨ ਜਾਰੀ ਹੁੰਦਾ ਉਸੇ ਤਰ੍ਹਾਂ ਹੀ ਇਹ ਕਾਰ ਕਰਦੇ ਨੇ। ਆਪਣੀ ਮਰਜ਼ੀ ਦੇ ਨਾਲ ਇਹ ਕੁਛ ਨਹੀਂ ਕਰ ਸਕਦੇ। ਇਹ ਰਜੋ ਤਮੋ ਸਤੋਗੁਣ ਜਾਂ ਇਹ ਤਿੰਨ ਦੇਵਤੇ, ਇਹ ਤਾਂ ਕੁਛ ਕਰਨ ਦੀ ਡਿਊਟੀ ਲਾਈ ਹੈ ਨਾ। ਜਿਵੇਂ ਸੂਰਜ ਦੀ ਡਿਊਟੀ ਹੈ, ਚੰਦਰਮਾ ਦੀ ਡਿਊਟੀ ਹੈ, ਉਹ ਵਾਹਿਗੁਰੂ ਦੇ ਹੁਕਮ ਦੇ ਅੰਦਰ ਪ੍ਰਕਾਸ਼ ਦਿਨ ਵੇਲੇ ਤੇ ਰਾਤ ਨੂੰ ਵੰਡ ਰਹੇ ਨੇ। ਜਿਵੇਂ ਬਚਨ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਹੈ, ਤਿਸ ਪ੍ਰਮਾਤਮਾ ਦੇ ਚਾਨਣ ਦੁਆਰਾ ਨਾਣੇ ਨੂੰ ਸਿਆਰੀ ਹੈ। ਉਸ ਦੇ ਚਾਨਣ ਦੁਆਰਾ ਸਾਰਿਆਂ ਦੇ ਅੰਦਰ ਚਾਨਣ ਪ੍ਰਕਾਸ਼ ਹੋ ਰਿਹਾ ਹੈ। ਸਾਡਾ ਆਪਣਾ ਕੋਈ ਪ੍ਰਕਾਸ਼ ਨਹੀਂ, ਸੂਰਜ ਤੇ ਚੰਦਰਮਾ ਦਾ ਵੀ ਆਪਣਾ ਪ੍ਰਕਾਸ਼ ਨਹੀਂ। ਪਿੱਛੋਂ ਪ੍ਰਮਾਤਮਾ ਵੱਲੋਂ ਚਾਨਣ ਮਿਲ ਰਿਹਾ ਤਾਂ ਉਹ ਅੱਗੇ ਚਾਨਣ ਵੰਡ ਰਹੇ ਨੇ। ਇਹਨੂੰ ਕਹਿੰਦੇ ਪਰਤੇ ਪ੍ਰਕਾਸ਼। ਸੁਤੇ ਪ੍ਰਕਾਸ਼ ਨਹੀਂ, ਆਪਣਾ ਪ੍ਰਕਾਸ਼ ਨਹੀਂ, ਪਰਤੇ ਪ੍ਰਕਾਸ਼ ਹਨ ਸੂਰਜ ਚੰਦਰਮਾ ਆਦਿ। ਇਸੇ ਤਰ੍ਹਾਂ ਵੀ ਹਜ਼ੂਰ ਕਹਿੰਦੇ ਨੇ ਕਿ ਫਿਰ ਉਹਨਾਂ ਦੀ ਪੂਜਾ ਨਹੀਂ, ਜਿਹੜੇ ਤਿੰਨ ਕਾਰਾਂ ਕਰ ਰਹੇ ਨੇ ਉਹਨਾਂ ਦੀ ਪੂਜਾ ਨਹੀਂ। ਜਿਹੜਾ ਉਹਨਾਂ ਦੇ ਉੱਪਰ ਹੈ ਇੱਕ ਅਕਾਲ ਪੁਰਖ ਪਰਮਾਤਮਾ ਜਿਹਦਾ ਹੁਕਮ ਚੱਲਦਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵੇਂ ਤਿਸ ਨੂੰ ਪਾਉਂਦਾ ਉਸੇ ਤਰ੍ਹਾਂ ਉਹ ਚਲਾਉਂਦਾ। ਜਿਵ ਹੋਵੈ ਫੁਰਮਾਨ, ਜਿਸ ਤਰ੍ਹਾਂ ਉਸ ਦਾ ਫੁਰਮਾਨ ਜਾਰੀ ਹੁੰਦਾ ਉਸੇ ਪ੍ਰਕਾਰ ਹੀ ਇਹਨਾਂ ਨੂੰ ਕਾਰ ਕਰਨੀ ਪੈਂਦੀ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਜੀਆਂ ਨੂੰ, ਇਹਨਾਂ ਤਿੰਨ ਦੇਵਤਿਆਂ ਨੂੰ ਵੀ ਵੇਖਦਾ ਹੈ, ਪਰ ਉਹਦੇ ਪੈਦਾ ਕੀਤੇ ਉਹਨਾਂ ਜੀਵਾਂ ਦੀ ਨਜ਼ਰ ਵਿੱਚ ਉਹ ਪਰਮਾਤਮਾ ਨਹੀਂ ਆਉਂਦਾ। ਨਾ ਮੁਕੰਮਲ ਤੌਰ 'ਤੇ ਬ੍ਰਹਮਾ ਵੇਖ ਸਕਿਆ ਪਰਮਾਤਮਾ ਨੂੰ, ਨਾ ਸ਼ਿਵ ਜੀ, ਨਾ ਵਿਸ਼ਨੂੰ। ਬਾਕੀ ਜੀਆਂ ਦੀ ਤਾਂ ਗੱਲ ਹੀ ਪਰੇ ਦੀ ਹੈ। ਮਤਲਬ ਕੋਈ ਵੀ ਐਸਾ ਨਹੀਂ ਵਿਅਕਤੀ ਜਿਹਦੀ ਨਜ਼ਰ ਵਿੱਚ ਪਰਮਾਤਮਾ ਮੁਕੰਮਲ ਤੌਰ 'ਤੇ ਆ ਜਾਏ। ਵਾਹਿਗੁਰੂ ਦੇ ਤੇ ਇੱਕ ਰੋਮ ਦਾ ਦਰਸ਼ਨ ਵੀ ਕਰਨਾ ਸਾਡੇ ਵੱਸੋਂ ਬਾਹਰ ਹੈ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਸ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਸਮਾਏ ਹੋਏ ਨੇ। ਸਾਡੇ ਨੇਤਰਾਂ ਦੀ ਤਾਂ ਦ੍ਰਿਸ਼ਟੀ ਬਹੁਤ ਲਿਮਟ, ਹੱਦ ਬਹੁਤ ਛੋਟੀ ਹੈ। ਨੇਤਰਾਂ ਦੀ ਦ੍ਰਿਸ਼ਟੀ ਦੀ ਹੱਦ ਬਹੁਤ ਛੋਟੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਬਹੁਤਾ ਇਹ ਵਡਾਣ, ਵੱਡਾ ਅਸਚਰਜ, ਵੱਡਾ ਹੈਰਾਨੀ ਕੁਨ ਕਰਤੱਵ ਪਰਮਾਤਮਾ ਦਾ ਇਹ ਹੈ ਕਿ ਉਹ ਸਭ ਨੂੰ ਵੇਖ ਰਿਹਾ ਹੈ, ਪਰ ਉਹਨਾਂ ਦੇਵਤਿਆਂ ਅਥਵਾ ਉਹਨਾਂ ਸੰਸਾਰ ਦੇ ਸਭ ਜੀਆਂ ਦੀ ਨਜ਼ਰ ਵਿੱਚ ਪਰਮਾਤਮਾ ਨਹੀਂ ਆਉਂਦਾ। ਇੱਕ ਇਸ ਤਰ੍ਹਾਂ ਦੀ ਕਹਾਵਤ ਵੀ ਹੈ ਹਿੰਦੁਸਤਾਨ ਦੇ ਅੰਦਰ ਕਿ ਸ਼ੰਕਰ ਜੋ ਸੀ ਸ਼ਿਵ, ਇਸਨੇ ਕਿਹਾ ਭਗਵਾਨ ਨੂੰ, ਪਰਮਾਤਮਾ ਨੂੰ, ਕਿ ਤੁਸੀਂ ਮੇਰੀ ਡਿਊਟੀ ਬੜੀ ਖਤਰਨਾਕ ਜਿਹੀ ਲਾ ਦਿੱਤੀ ਜੀਆਂ ਨੂੰ ਮਾਰਨ ਦੀ, ਤੇ ਇਹ ਡਿਊਟੀ ਇੰਦਰ ਨੂੰ ਦੇ ਦਿਓ ਤੇ ਮੈਨੂੰ ਬਰਸਾਤ ਵਰਖਾ ਕਰਨ ਦੀ ਡਿਊਟੀ, ਇੰਦਰ ਵਾਲੀ ਡਿਊਟੀ ਮੈਨੂੰ ਦਿਓ, ਜਿਹਦੇ ਨਾਲ ਲੋਕ ਖੁਸ਼ ਹੋਣ। ਮੈਂ ਤਾਂ ਲੋਕਾਂ ਨੂੰ ਮਾਰਦਾ ਹਾਂ ਤੇ ਇਹ ਕੰਮ ਚੰਗਾ ਨਹੀਂ। ਤਾਂ ਕਹਿੰਦੇ ਖੁਦਾ ਭਗਵਾਨ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਕਿਹਾ ਵੀ ਨਹੀਂ, ਜਿਸ ਤਰ੍ਹਾਂ ਦਾ ਤੇਰਾ ਸੁਭਾਅ ਉਹਦੇ ਅਨੁਸਾਰ ਹੀ ਤੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਤੂੰ ਵਰਖਾ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ, ਤੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਉਹੀ ਤੂੰ ਕਰ। ਤਾਂ ਕਹਿਣ ਲੱਗਾ ਨਹੀਂ ਜੀ, ਫਿਰ ਵੀ ਕੁਝ ਸਮੇਂ ਵਾਸਤੇ ਸਹੀ ਇਹ ਡਿਊਟੀ ਮੈਨੂੰ ਦਿਓ, ਮੇਰੀ ਇਹ ਬੇਨਤੀ ਹੈ। ਜਦੋਂ ਮੈਂ ਡਮਰੂ ਵਜਾਇਆ ਕਰਾਂ ਤਾਂ ਮੀਂਹ ਆ ਜਾਇਆ ਕਰੇ। ਕਹਿਣ ਲੱਗੇ ਅੱਛਾ ਠੀਕ ਆ। ਤਾਂ ਇਹ ਤੁਰਿਆ ਜਾ ਰਿਹਾ ਸੀ, ਕਹਿੰਦੇ ਸ਼ੰਕਰ ਸ਼ਿਵ ਤੇ ਜ਼ਿਮੀਂਦਾਰ ਖੇਤਾਂ 'ਚ ਹਲ ਚਲਾ ਰਹੇ ਸੀ। ਇਹ ਕਹਿਣ ਲੱਗਾ ਵੀ ਮੀਂਹ ਪਾਉਣ ਦੀ ਜ਼ਿੰਮੇਵਾਰੀ ਹੁਣ ਮੇਰੇ ਪਾਸ ਆ, ਤੁਸੀਂ ਹਲ ਨਾ ਚਲਾਓ, 13 ਸਾਲ ਮੈਂ ਮੀਂਹ ਨਹੀਂ ਪਾਉਣਾ। ਉਹ ਕਹਿਣ ਲੱਗੇ ਅੱਛਾ ਵਾਹੁਣਾ ਤਾਂ ਪੈਣਾ ਹੀ ਆ, ਨਹੀਂ ਤਾਂ ਸਾਨੂੰ ਵਾਹੁਣ ਦੀ ਤਾਂ ਜਾਚ ਹੀ ਭੁੱਲ ਜਾਏਗੀ। ਅਸੀਂ ਵਾਹੁਣਾ ਤਾਂ ਹੈ ਖੇਤ ਨੂੰ ਇਸ ਆਸ ਨਾਲ ਕਿ ਇਸ ਤੋਂ ਬਗੈਰ ਸਾਡਾ ਸਰਦਾ ਨਹੀਂ। ਫਿਰ ਉਹ ਬੀਜ ਪਾਉਂਦੇ ਵੇਖੇ ਗਏ ਖੇਤਾਂ 'ਤੇ। ਫਿਰ ਇਹਨੇ ਰੋਕਿਆ ਵੀ 13 ਸਾਲ ਤਾਂ ਮੀਂਹ ਨਹੀਂ ਪਾਉਣਾ, ਤੁਸੀਂ ਬੀਜ ਵੀ ਜਾਈ ਗਵਾ ਰਹੇ ਹੋ।
ਕਹਿਣ ਲੱਗੇ ਅਸੀਂ ਆਪਣਾ ਕਰਮ ਤਾਂ ਕਰੀ ਜਾਣਾ ਨਾ, ਨਹੀਂ ਤਾਂ ਸਾਨੂੰ ਤਾਂ ਜਾਚ ਹੀ ਭੁੱਲ ਜਾਏਗੀ, ਖਿਆਲ ਹੀ ਭੁੱਲ ਜਾਏਗਾ। ਇਸ ਗੱਲ ਦਾ ਜੇ ਮਨ ਤੇ ਅਸਰ ਹੋਇਆ ਤੇ ਥੋੜਾ ਦੂਰ ਜਾ ਕੇ ਕਹਿਣ ਲੱਗਾ ਵੀ ਜੇ 13 ਸਾਲ ਮੈਂ ਡਮਰੂ ਨਾ ਵਜਾਇਆ ਤੇ ਮੈਨੂੰ ਤਾਂ ਡਮਰੂ ਦੀ ਜਾਚ ਭੁੱਲ ਜਾਏਗੀ। ਕਹਿੰਦੇ ਸ਼ਿਵ ਨੇ ਆਪਣਾ ਡਮਰੂ ਖੜਕਾ ਦਿੱਤਾ ਤੇ ਉਸ ਵੇਲੇ ਮੀਂਹ ਪੈ ਗਿਆ। ਤੇ ਫਿਰ ਇਸ ਨੇ ਪ੍ਰਮਾਤਮਾ ਅੱਗੇ ਨਮਸਕਾਰ ਕੀਤੀ ਵੀ ਜੋ ਕੁਝ ਹੁੰਦਾ ਹੈ ਵਾਹਿਗੁਰੂ ਦੀ ਮਰਜ਼ੀ ਅਨੁਸਾਰ ਹੁੰਦਾ ਹੈ, ਆਪਣੀ ਮਰਜ਼ੀ ਨਾਲ ਅਸੀਂ ਕੁਝ ਵੀ ਨਹੀਂ ਕਰ ਸਕਦੇ। ਨਾ ਚਾਹੁੰਦਿਆਂ ਹੋਇਆਂ ਵੀ ਡਮਰੂ ਵੱਜ ਗਿਆ ਤੇ ਮੀਂਹ ਪੈ ਗਿਆ। ਇਤਿਆਦਿਕ ਇਹ ਸਮਝਣ ਵਾਸਤੇ ਹੈ ਜੋ ਕੁਝ ਵੀ ਹੁੰਦਾ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਹੁੰਦਾ। ਦੇਵਤੇ ਹੋਏ, ਸੂਰਜ ਚੰਦਰਮਾ ਹੋਇਆ, ਕੋਈ ਵੀ ਜੋ ਪ੍ਰਮਾਤਮਾ ਦੀ ਰਚੀ ਹੋਈ ਸ਼ਕਤੀ ਹੈ, ਉਸ ਕਿਸੇ ਦੀ ਵੀ ਜੀਵ ਦੀ, ਮਨੁੱਖ ਦੀ, ਦੇਵਤੇ ਦੈਂਤ ਦੀ ਆਪਣੀ ਮਰਜ਼ੀ ਨਹੀਂ ਚੱਲਦੀ। ਜਿਵੇਂ ਉਸ ਨੂੰ ਭਾਉਂਦਾ ਉਸੇ ਤਰ੍ਹਾਂ ਉਹ ਚਲਾਉਂਦਾ, ਜਿਵੇਂ ਉਸ ਦਾ ਫਰਮਾਨ ਜਾਰੀ ਹੁੰਦਾ। ਔਰ ਉਹ ਵੇਖਦਾ ਵੀ ਹੈ ਸਾਰੇ ਜੀਆਂ ਨੂੰ, ਪਰ ਉਹਨਾਂ ਜੀਆਂ ਦੀ ਨਜ਼ਰ ਵਿੱਚ ਨਹੀਂ ਆਉਂਦਾ ਐਡਾ ਵੱਡਾ। ਇਹੋ ਹੀ ਬਹੁਤਾ ਵੱਡਾ ਵਿਡਾਣ ਅਸਚਰਜ ਕੌਤਕ ਹੈ ਪ੍ਰਮਾਤਮਾ ਦਾ। ਆਦੇਸ਼ ਤਸਾ ਆਦੇਸ਼, ਨਮਸਕਾਰ ਹੈ ਉਸ ਪ੍ਰਮਾਤਮਾ ਨੂੰ ਬਚਨਾਂ ਦੁਆਰਾ, ਉਸੇ ਨੂੰ ਹੀ ਆਦੇਸ਼ ਹੈ ਮਨ ਦੁਆਰਾ। ਆਦ ਰੂਪ ਹੈ ਸਾਰੀ ਸ੍ਰਿਸ਼ਟੀ ਦਾ, ਧੱਬਿਆਂ ਕਲੰਕਾਂ ਤੋਂ ਰਹਿਤ, ਤੇ ਆਪ ਅਨਾਦੀ ਹੈ, ਉਸ ਦਾ ਕੋਈ ਆਦ ਮੁੱਢ ਨਹੀਂ। ਅਨਾਹਤ ਨਾਸ ਤੋਂ ਰਹਿਤ ਹੈ ਤੇ ਜੁਗ ਜੁਗ ਵਿੱਚ ਇੱਕ ਹੀ ਉਸ ਦਾ ਲਿਬਾਸ ਸਰੂਪ ਹੈ। ਮਤਲਬ ਹੁਣ ਸਤਿਗੁਰੂ ਜੀ ਦੱਸ ਰਹੇ ਨੇ ਅਗਲੀ ਪੌੜੀ ਵਿੱਚ ਕਿ ਆਸਣ ਲੋਏ ਲੋਏ ਭੰਡਾਰ, ਵਾਹਿਗੁਰੂ ਰਹਿੰਦਾ ਕਿੱਥੇ ਹੈ। ਜਿਵੇਂ ਬਗਦਾਦ ਦੇ ਪੀਰ ਬਹਿਲੋਲ ਨੇ ਸਤਿਗੁਰਾਂ ਨੂੰ ਕਿਹਾ ਸੀ ਕਿ ਵਾਹਿਗੁਰੂ ਦਾ ਆਸਣ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ। ਜਿਵੇਂ ਇਸਲਾਮ ਵਾਲੇ ਕਹਿੰਦੇ 7ਵੇਂ ਆਕਾਸ਼ ਤੇ ਰਹਿੰਦਾ ਹੈ, ਕੋਈ ਕਿਤੇ ਕੋਈ ਕਿਤੇ ਮੰਨਦਾ। ਜਿਵੇਂ ਕਬੀਰ ਜੀ ਨੇ ਕਿਹਾ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲ੍ਹ ਮੁਕਾਮਾ, ਦਿਲ ਮਹਿ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਭਈ ਜਿਹੜੇ ਹਿੰਦੂ ਹਨ ਉਹ ਕਹਿੰਦੇ ਚੜ੍ਹਦੇ ਵਾਲੇ ਪਾਸੇ ਸਾਡਾ ਭਗਵਾਨ ਰਹਿੰਦਾ, ਹਰੀ ਦਾ ਵਾਸਾ ਉਸ ਪਾਸੇ। ਤੇ ਇਸਲਾਮ ਵਾਲੇ ਕਹਿੰਦੇ ਨੇ ਕਿ ਸਾਡਾ ਅੱਲਾਹ ਤਾਲਾ ਖੁਦਾ ਲਹਿੰਦੇ ਵਾਲੇ ਪਾਸੇ ਸਾਊਦੀ ਅਰਬ ਦੇਸ਼ ਵਿੱਚ ਇੱਕ ਮੱਕਾ ਸ਼ਹਿਰ ਹੈ, ਉੱਥੇ ਇੱਕ ਕਾਬਾ ਮੰਦਰ ਹੈ, ਉੱਥੇ ਸਾਡਾ ਖੁਦਾ ਰਹਿੰਦਾ। ਦੂਜੀਆਂ 3 ਦਿਸ਼ਾਵਾਂ ਵਿੱਚ ਹੈ ਨਹੀਂ। ਪਰ ਨਹੀਂ, ਸਤਿਗੁਰੂ ਜੀ ਦਾ ਮਤ ਹੈ ਕਿ ਪ੍ਰਮਾਤਮਾ ਤਾਂ ਕਣ ਕਣ ਵਿੱਚ ਮੌਜੂਦ ਹੈ। ਹਸਤੀ ਕੀਟੀ ਤ੍ਰਿਣ ਲਓ ਆਦੰ, ਏਕ ਅਖੰਡਤ ਬਸੈ ਅਨਾਦੰ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਜਾਨਵਰ ਜੀਵ ਹਨ, ਰੱਬ ਦੇ ਜੀਵ ਹਨ। ਔਰ ਬਿਰਸ਼ ਬੂਟੇ ਤ੍ਰਣ ਤਖਤ ਕੱਖ ਤੀਲਿਆਂ ਵਿੱਚ ਵੀ ਇੱਕ ਅਖੰਡਤ ਪ੍ਰਮਾਤਮਾ ਨਾਸ ਤੋਂ ਰਹਿਤ ਵਾਹਿਗੁਰੂ ਵਸਦਾ ਹੈ, ਜਿਹਦਾ ਕੋਈ ਆਦ ਨਹੀਂ। ਇਸ ਪ੍ਰਕਾਰ ਹੀ ਹਜ਼ੂਰ ਇੱਥੇ ਕਹਿ ਰਹੇ ਨੇ ਕਿ ਜਿੰਨੇ ਲੋਕ ਪੁਰੀਆਂ ਖੰਡ ਬ੍ਰਹਿਮੰਡ, ਜਿੰਨੇ ਭਵਨ ਪ੍ਰਮਾਤਮਾ ਰਚੇ ਹਨ, ਉਹਨਾਂ ਸਾਰੇ ਲੋਕਾਂ ਵਿੱਚ ਹੀ ਪ੍ਰਮਾਤਮਾ ਦਾ ਆਸਣ ਹੈ। ਇਹ ਨਹੀਂ ਪਈ ਕਿਤੇ ਦੂਰੋਂ ਕੁਛ ਮੰਗਣ ਵਾਸਤੇ ਜਾਣਾ ਪਏਗਾ ਵਾਹਿਗੁਰੂ 7ਵੇਂ ਅਸਮਾਨ ਤੇ, ਉੱਥੇ ਬੇਨਤੀਆਂ ਪਤਾ ਨਹੀਂ ਪਹੁੰਚਣਗੀਆਂ ਕਿ ਨਹੀਂ। ਹਜ਼ੂਰ ਕਹਿਣ ਲੱਗੇ ਕਿ ਹਰ ਇੱਕ ਲੋਕ ਵਿੱਚ, ਹਰ ਪੁਰੀ 'ਚ, ਹਰ ਭਵਨ ਵਿੱਚ ਉਸ ਦਾ ਆਸਣ ਲੱਗਾ ਹੋਇਆ। ਤੇ ਭੰਡਾਰ ਪ੍ਰਮਾਤਮਾ ਦੇ ਖਜ਼ਾਨੇ ਵੀ ਹਰ ਪੁਰੀਆਂ ਵਿੱਚ ਉਹਨੇ ਬਣਾਏ ਹੋਏ ਨੇ। ਔਰ ਜੋ ਕਿਛ ਪਾਇਆ ਸੋ ਏਕਾ ਵਾਰ, ਇਹ ਭੰਡਾਰ ਵੀ ਵਾਹਿਗੁਰੂ ਦੇ ਖਜ਼ਾਨੇ ਵੀ ਐਸੇ ਭਰੇ ਹੋਏ ਲਬਾਲਬ ਨਾ ਮੁੱਕਣ ਵਾਲੇ ਕਿ ਜੋ ਕੁਛ ਉਹਨੇ ਪਾ ਦਿੱਤਾ ਇਹਨਾਂ ਭੰਡਾਰਿਆਂ ਵਿੱਚ ਇੱਕੋ ਵਾਰੀ ਪਾਇਆ। ਬਾਰ-ਬਾਰ ਉਹਨੂੰ ਭੰਡਾਰਿਆਂ 'ਚ ਕੁਛ ਪਾਉਣਾ ਨਹੀਂ ਪੈਂਦਾ। ਧਰਤੀ ਦੇਗ ਮਿਲੈ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਧਰਤੀ ਨੂੰ ਦੇਗ ਐਸੀ ਬਣਾਇਆ ਪ੍ਰਮਾਤਮਾ ਨੇ, ਇਹਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਪਾ ਦਿੱਤਾ। ਤੇ ਲੋਕ ਕਦੋਂ ਤੋਂ ਸੰਸਾਰ ਚੱਲਿਆ, ਇਹਦੇ ਵਿੱਚੋਂ ਬੜਾ ਕੁਝ ਖਾ ਪੀ ਰਿਹਾ, ਮੁੱਕਦਾ ਹੀ ਨਹੀਂ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਜੋ ਕੁਝ ਵੀ ਇਹਨਾਂ ਭੰਡਾਰਿਆਂ ਵਿੱਚ ਪਾਉਣਾ ਸੀ ਪ੍ਰਮਾਤਮਾ ਨੇ ਇੱਕੋ ਵਾਰੀ ਪਾ ਦਿੱਤਾ ਹੋਇਆ। ਕਰ ਕਰ ਵੇਖੈ ਸਿਰਜਣਹਾਰ, ਉਹ ਸਿਰਜਣਹਾਰ, ਸਿਰਜਣਾ ਹੁੰਦਾ ਰਚਨਾ ਕਰਨੀ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਸਿਰਜਣਹਾਰ ਪ੍ਰਮਾਤਮਾ ਕਰ ਕਰਕੇ ਪੈਦਾ ਜੀਆਂ ਨੂੰ, ਤੇ ਫਿਰ ਉਹ ਸਿਰਜ ਕੇ ਵੇਖਦਾ ਵੀ ਪਿਆ, ਮਤਲਬ ਸੰਭਾਲ ਵੀ ਕਰ ਰਿਹਾ ਹੈ। ਮਨੁੱਖ ਅਣਹੋਈ ਚਿੰਤਾ ਕਰਦਾ, ਆਪਣੇ ਰਿਜ਼ਕ ਪ੍ਰਾਪਤੀ ਵਾਸਤੇ ਬਹੁਤ ਦੌੜ ਭੱਜ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਣ ਵਾਲਾ ਇੱਕ ਰਾਜਕ ਪ੍ਰਮਾਤਮਾ ਆਪ ਹੈ, ਉਹ ਸਿਰਜਣਹਾਰ ਵੀ ਹੈ ਤੇ ਸੰਭਾਲ ਵੀ ਕਰ ਰਿਹਾ, ਸਾਰੇ ਜੀਆਂ ਦੀ ਖੁਰਾਕ ਵੀ ਪਹੁੰਚਾ ਰਿਹਾ।
ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੂ ਪਾਇਨ ਤਿਨਾ ਬਿਰੋਜੀ ਦੇ। ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾ ਤਿਨਾ ਵਿਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਸੋ ਇਸ ਵਾਸਤੇ ਕਿਉਂਕਿ ਸਿਰਜਣਹਾਰ ਹੈ ਤੇ ਵੇਖਣ ਵਾਲਾ ਵੀ ਹੈ ਸਾਰੀ ਸ੍ਰਿਸ਼ਟੀ ਨੂੰ। ਨਾਨਕ ਸੱਚੇ ਕੀ ਸਾਚੀ ਕਾਰ, ਹਜੂਰ ਕਹਿੰਦੇ ਨੇ ਸੱਚੇ ਅਕਾਲ ਪੁਰਖ ਦੀ ਜੋ ਕਾਰ ਹੈ, ਇਹ ਜਗਤ ਦੀ ਰਚਨਾ ਕਰਨੀ, ਪਾਲਣਾ, ਸੰਘਾਰ ਕਰਨਾ, ਇਹ ਸਾਰਾ ਜੋ ਤਮਾਸ਼ਾ ਰਚਿਆ ਹੈ, ਜੋ ਕੁਝ ਵੀ ਵਾਹਿਗੁਰੂ ਜੀ ਕਰ ਰਹੇ ਹਨ, ਉਹ ਕਾਰ ਵੀ ਹਮੇਸ਼ਾ ਸੱਚੀ ਹੀ ਹੈ। ਆਦੇਸ਼ ਤਿਸੈ ਆਦੇਸ਼, ਨਮਸਕਾਰ ਹੈ ਮਾਨਸਿਕ ਤੌਰ 'ਤੇ ਤਿਸ ਵਾਹਿਗੁਰੂ ਨੂੰ, ਔਰ ਸਰੀਰਕ ਤੌਰ 'ਤੇ ਵੀ ਵਾਹਿਗੁਰੂ ਅੱਗੇ ਹੀ ਅਸੀਂ ਮੱਥਾ ਟੇਕਦੇ ਨਮਸਕਾਰ ਕਰਦੇ ਹਾਂ, ਜੋ ਸਾਰੀ ਕੁਦਰਤ ਸ੍ਰਿਸ਼ਟੀ ਦਾ ਆਦ ਮੁੱਢ ਰੂਪ ਹੈ, ਕਲੰਕਾਂ ਤੋਂ ਰਹਿਤ ਹੈ, ਜਿਸ ਦਾ ਆਪਣਾ ਕੋਈ ਮੁੱਢ ਨਹੀਂ, ਜੋ ਨਾਸ ਤੋਂ ਰਹਿਤ ਹੈ, ਜੁਗ ਜੁਗ ਇੱਕ ਹੋਵੇਸ, ਜੁਗਾਂ ਜੁਗਾਂਤਰਾਂ ਅੰਦਰ ਜਿਸ ਦਾ ਸਰੂਪ ਹਮੇਸ਼ਾ ਇੱਕ ਹੀ ਹੈ, ਜੋ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ, ਕੋਈ ਤੀਜਾ ਨਹੀਂ, ਉਹ ਇੱਕ ਹੀ ਹੈ, ਹਮੇਸ਼ਾ ਇੱਕ ਹੀ ਸਰੂਪ ਹੈ, ਇੱਕੋ ਜਿਹਾ ਹੈ, ਇੱਕ ਰਸ ਹੈ। ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਲਟੈ। ਇਸ ਪ੍ਰਕਾਰ ਦਾ ਵਾਹਿਗੁਰੂ ਹੈ। ਇਹ 4 ਪੌੜੀਆਂ ਦੀ ਵਿਚਾਰ ਅੱਜ ਦੇ ਸਮੇਂ ਮੁਤਾਬਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਈ ਹੈ। ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅੱਜ ਵੀ ਹੋਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।